संसार विच जिन्ने भी रिश्ते ने ਇਹਦੇ ਵਿੱਚੋਂ ਜ਼ਿਆਦਾਤਰ ਰਿਸ਼ਤੇ ਸਿਰਫ ਸਵਾਰਥ ਕਰਕੇ ਨੇ। ਭਾਵੇਂ ਉਹ ਖੂਨ ਹੋਵੇ ਤੇ ਭਾਵੇਂ ਬਾਹਰ ਦੀ ਮਿੱਤਰਤਾ ਹੋਵੇ। ਜਿਸ ਦਿਨ ਬੰਦਿਆ ਤੇਰੇ ਤੇ ਮੁਸੀਬਤ ਆ ਪਈ ਉਸ ਦਿਨ ਕਿਸੇ ਵੀ ਰਿਸ਼ਤੇ ਨੇ ਤੇਰੇ ਨਾਲ ਨਹੀਂ ਖਲੋਣਾ। ਉੱਥੇ ਸਿਰਫ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਖਲੋਵੇਗਾ। ਉਂਝ ਸਧਾਰਨ ਪਾਠ ਦਾ ਸਿੱਧਾ ਮਤਲਬ ਇਹ ਵੇ, ਭਾਵੇਂ ਤੁਸੀਂ 2 ਮਹੀਨੇ ਚ ਕਰ ਲਓ, ਮਹੀਨੇ ਚ ਕਰ ਲਓ, 15 ਦਿਨਾਂ ਚ ਕਰ ਲਓ, ਹਫ਼ਤੇ ਚ ਕਰ ਲਓ, ਹਰ ਸਿੱਖ ਆਪਣਾ ਸਧਾਰਨ ਪਾਠ ਖੁਦ ਜ਼ਰੂਰ ਕਰੇ। ਸਾਧਨਾ ਕਰਨ ਵਾਲਿਓ, ਸਿਮਰਨ ਕਰਨ ਵਾਲਿਓ, ਰੂਹਾਨੀਅਤ ਦੇ ਮਾਰਗ ਤੇ ਚੱਲਣ ਵਾਲੇ ਭਲੇ ਪੁਰਖੋ, ਜਿੰਨੀ ਦੇਰ ਤੱਕ ਮਨ ਦਾ ਹੰਕਾਰ ਨਹੀਂ ਤਿਆਗਦੇ ਅੰਦਰ ਸਾਧਨਾ ਦਾ ਰਸ ਨਹੀਂ ਬਣ ਸਕੇਗਾ। ਜਿਹਦੇ ਅੰਦਰ ਵੱਡੇ ਭਾਗਾਂ ਨਾਲ ਬਿਰਹਾ ਪੈਦਾ ਹੋ ਗਿਆ ਕਿ ਮੈਂ ਆਖਰ ਕਰਨ ਕੀ ਆਇਆ, ਮੇਰਾ ਮਕਸਦ ਕੀ ਹੈ, ਕਿ ਸਾਰੀ ਜ਼ਿੰਦਗੀ ਮੈਂ ਜੋ ਕੁਝ ਕਮਾ ਲਿਆ, ਜੋ ਕੁਝ ਵਰਤ ਲਿਆ, ਇਸ ਦਾ ਨਾਮ ਹੀ ਜ਼ਿੰਦਗੀ ਹੈ। ਤੇ ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ, ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ। ਸਭ 'ਚ ਨਹੀਂ ਜੇ ਹੁੰਦੀ। ਪਿਆਸ ਪੈਦਾ ਹੋਣ ਨਾਲ ਪਾਣੀ ਦੀ ਕਦਰ ਪੈਂਦੀ ਏ, ਅੰਦਰੋਂ ਰੱਬ ਨੂੰ ਮਿਲਣ ਦੀ ਪਿਆਸ ਦੇ ਨਾਲ ਬਾਣੀ ਦੀ ਕਦਰ ਪੈਂਦੀ ਹੈ। ਇੱਕ ਸਵਾਲ ਹੈ ਜਗਿਆਸਾ ਲਈ, ਇੱਕ ਸਵਾਲ ਹੈ ਅਗਲੇ ਨੂੰ ਨੀਵਾਂ ਦਿਖਾਉਣ ਦੇ ਲਈ। ਯਾਦ ਰੱਖਿਓ, ਜਗਿਆਸਾ ਵਾਲਾ ਸਵਾਲ ਉਹਦਾ ਉੱਤਰ ਬੰਦੇ ਕੋਲ ਨਾ ਵੀ ਹੋਵੇ ਤੇ ਉਹਦਾ ਉੱਤਰ ਜ਼ਰੂਰ ਲੱਭ ਕੇ ਦੇਗਾ। ਅਪਮਾਨਿਤ ਕਰਨ ਵਾਲੇ ਸਵਾਲ ਦਾ ਉੱਤਰ ਕਦੀ ਨਹੀਂ ਮਿਲਦਾ, ਕਿਉਂਕਿ ਜਦੋਂ ਵਿਰੋਧੀ ਬਣ ਕੇ ਵਿਰੋਧ ਕਰੋ ਉਦੋਂ ਉੱਤਰ ਨਹੀਂ ਮਿਲਦਾ। ਸੁਹਿਰਦ ਬਣ ਕੇ ਵਿਰੋਧ ਕਰੋ ਤੇ ਉਹਦੇ ਵਿੱਚੋਂ ਕੋਈ ਚੰਗਾ ਕੰਮ ਨਿਕਲਦਾ। ਜਿਹੜਾ ਤੈਨੂੰ ਇਹ ਮਾਣ ਚੰਬੜਿਆ ਦੁਨਿਆਵੀ ਪਦਾਰਥਾਂ ਦਾ ਮਾਣ, ਜਪ ਦਾ ਮਾਣ, ਤਪ ਦਾ ਮਾਣ, ਗੁਰਮੁਖੋ ਕਹਿੰਦੇ ਨੇ ਇੱਕ ਤਾਣ, ਜਿਹਨੂੰ ਆ ਤੂੰ ਵਿਖਾਨਾ ਪਿਆ ਮੇਰੇ ਕੋਲ ਬੜੀ ਤਾਕਤ, ਕਹਿਣ ਲੱਗੇ ਤਾਕਤ ਦਾ ਹੰਕਾਰ ਛੱਡ ਦੇ ਤੇ ਜਿੰਨੇ ਕਰਮ ਤੂੰ ਰੂਹਾਨੀ ਕੀਤੇ ਨੇ ਸੂਖਸ਼ਮ ਹਉਮੈ ਨੂੰ ਤਿਆਗ ਦੇ ਤੇ ਤੈਨੂੰ ਦੱਸ ਦਿਆਂ ਸਾਈਂ ਤੇਰਾ ਅੱਜ ਹੀ ਬੁੱਕਲ ਵਿੱਚੋਂ ਪ੍ਰਗਟ ਹੋ ਜਾਏਗਾ। ਅੱਜ ਜੋ ਮਰਜੀ ਕੋਈ ਕਹੀ ਜਾਏ, ਫਲਾਣਾ ਗ੍ਰੰਥ ਵੀ ਮਾੜਾ, ਫਲਾਣੀ ਸਾਖੀ ਵੀ ਮਾੜੀ। ਯਾਦ ਰੱਖਿਓ, ਆਧੁਨਿਕ ਯੁੱਗ ਵਿੱਚ ਜਿਹੜੇ ਸਾਇੰਟੀਫਿਕ ਤਰੀਕੇ ਨਾਲ ਇਤਿਹਾਸ ਲਿਖਣ ਲੱਗੇ ਆ, ਉਹ ਇਸ ਗੱਲ ਨੂੰ ਭੁੱਲਣ ਨਾ। ਜੇ ਬਾਤ ਸੀ ਤੇ ਸਾਖੀ ਬਣੀ, ਜੇ ਸਾਖੀ ਬਣੀ ਤੇ ਅੱਜ ਸਾਖੀ ਵਿੱਚੋਂ ਹਿਸਟਰੀ ਨਿਕਲਦੀ ਪਈ। ਆਪਣੇ ਪੱਲੇ ਤਾਂ ਕੁਝ ਵੀ ਨਹੀਂ ਸੀ ਪਹਿਲਾਂ। ਸੰਗਤ ਵਿੱਚ ਮੱਥਾ ਇੱਕੋ ਜਿਹਾ ਟੇਕਿਆ ਜਾ ਸਕਦਾ ਹੈ, ਚੌਂਕੜਾ ਇੱਕੋ ਜਿਹਾ ਮਾਰਿਆ ਜਾ ਸਕਦਾ ਹੈ, ਜ਼ਬਾਨ ਤੋਂ ਸ਼ਬਦ ਦਾ ਉਚਾਰਨ ਇੱਕੋ ਜਿਹਾ ਹੋ ਸਕਦਾ ਹੈ, ਪਰ ਅੰਦਰ ਦੀ ਸਾਧਨਾ ਤੇ ਅੰਦਰ ਦੀ ਸੁਰਤ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ। ਜਿਵੇਂ ਖੂਹ ਦੀਆਂ ਟਿੰਡਾਂ ਆਪਾਂ ਦੇਖਦੇ ਨੇ, ਡੁੱਬਦੀਆਂ ਨੇ, ਨਿਕਲਦੀਆਂ ਨੇ, ਫਿਰ ਖਾਲੀ ਹੁੰਦੀਆਂ ਨੇ। ਕਹਿੰਦੇ ਪ੍ਰਮਾਤਮਾ ਖੂਹ ਦੇ ਟਿੰਡਾਂ ਦੀ ਤਰ੍ਹਾਂ ਜਨਮ ਲਿਆ, ਸਵਾਸ ਭਾਂਡਾ ਖਾਲੀ ਹੋਇਆ, ਫਿਰ ਦੁਬਾਰਾ ਚਲੇ ਗਏ। ਇੱਕ ਹੈ ਫਿਜ਼ੀਕਲ ਤੌਰ ਤੇ ਨੇੜੇ ਰਹਿਣਾ। ਗੁਰਮੁਖੋ ਇੱਕ ਹੋਰ ਸੰਗਤ ਹੈ, ਤੁਸੀਂ ਫਿਜ਼ੀਕਲ ਤੌਰ ਤੇ ਭਾਵੇਂ ਇੱਕ ਦੂਜੇ ਤੋਂ ਹਜ਼ਾਰਾਂ ਮਾਈਲਜ਼ ਦੂਰ ਬੈਠੇ ਹੋਵੋ, ਜਦੋਂ ਸੁਰਤ ਆਪਣੇ ਨਾਲ ਮਿਲਦੀ ਹੋਵੇ ਸੱਚੀ ਮੁੱਚੀ ਦੂਰ ਰਹਿੰਦੇ ਵੀ ਸਤ ਸੰਗੀ ਬਣ ਜਾਂਦੇ ਆ। ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਏਡੀ ਵੱਡੀ ਸਿੱਖਿਆ ਦਾ ਇੱਕ ਕਿਤਾਬ ਬਣ ਸਕਦੀ ਹੈ। ਹਰ ਬੰਦੇ ਦੀ, ਕੇਵਲ ਇਹ ਨਹੀਂ ਕਿ ਜਿਹੜੇ ਮਸ਼ਹੂਰ ਨੇ ਉਹਨਾਂ ਦੀ, ਜਿਹੜੇ ਆਮ ਬੰਦੇ ਨੇ ਵਿਚਰਨ ਵਾਲੇ, ਉਹਨਾਂ ਦੀ ਜ਼ਿੰਦਗੀ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਜੇ ਕਿਤੇ ਨੋਟ ਕਰੀ ਜਾਣ, ਸੱਚੀ ਮੁੱਚੀ ਉਹਨਾਂ ਦੀ ਕਿਤਾਬ ਹੀ ਉਹਨਾਂ ਦੇ ਖਾਨਦਾਨ ਵਾਸਤੇ ਚਾਨਣ ਮੁਨਾਰਾ ਬਣ ਸਕਦੀ ਹੈ। ਦੁਨੀਆ ਦੇ ਕਿਸੇ ਵੀ ਰਸ ਦਾ ਮੁਕਾਬਲਾ ਨਾਮ ਰਸ ਨਾਲ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਕਾਮਕ ਬਿਰਤੀ ਦਾ ਰਸ ਵੀ ਉਹਦੇ ਮੁਕਾਬਲੇ ਤੁੱਛ ਹੈ ਜਿਹਨੂੰ ਨਾਮ ਦਾ ਰਸ ਆ ਜਾਏ। ਕਈ ਵਾਰੀ ਕਈ ਸਾਲ ਪਹਿਲਾਂ ਕੀਤੀਆਂ ਹੋਈਆਂ ਗੱਲਾਂ ਜਦੋਂ ਬੰਦੇ ਨੂੰ ਅੰਦਰੋਂ ਅਕਲ ਆਉਂਦੀ ਏ, ਉਹਨਾਂ ਗੱਲਾਂ ਨੂੰ ਚੇਤੇ ਕਰਕੇ ਸ਼ਰਮਸਾਰ ਹੋਈ ਜਾਂਦਾ। ਮਨ ਤਾਂ ਜੋ ਆਉਂਦਾ ਪੈਦਾ ਕਰੀ ਜਾਂਦਾ, ਚੰਗਾ ਵੀ, ਮੰਦਾ ਵੀ, ਭੈੜਾ ਵੀ। ਮਨ ਫੁਰਨੇ ਖਿਆਲ ਪੈਦਾ ਕਰਦਾ ਹੈ, ਤੇ ਜੇ ਮਤ ਚੰਗੀ ਹੋਵੇ, ਮਤ ਉੱਤੇ ਗੁਰੂ ਹੋਵੇ, ਰੱਬ ਦਾ ਭੈ ਹੋਵੇ, ਮਤ ਕਦੀ ਵੀ ਮਨ ਦੇ ਖਿਆਲ ਨੂੰ ਕਰਮ ਨਹੀਂ ਬਣ ਦਿੰਦੀ। ਕਈ ਵਾਰੀ ਜ਼ਬਾਨ ਵਾਹਿਗੁਰੂ ਬੋਲਦੀ ਏ, ਕੀਰਤਨ ਕੰਨ ਸੁਣਦੇ ਨੇ, ਅੰਦਰ ਵਾਲਾ ਕੋਰੇ ਦਾ ਕੋਰਾ ਸੁੱਕਾ ਪੱਥਰ ਦੀ ਤਰ੍ਹਾਂ ਰਹਿੰਦਾ, ਭਿੱਜਦਾ ਕੋਈ ਨਹੀਂ ਨਾ। ਇੰਨਾ ਕੁ ਮਨ ਮਾਇਆ ਚ ਪ੍ਰਵਿਰਤ ਹੋ ਗਿਆ ਹੈ, ਇਹਨੂੰ ਸਪਿਰਿਚੁਅਲ ਗਿਆਨ ਬਾਰੇ ਪਤਾ ਹੀ ਕੋਈ ਨਹੀਂ, ਤੇ ਸੱਚੀ ਮੁੱਚੀ ਬੇਹੋਸ਼ੀ ਜਿੰਦਾ ਪਿਆ, ਸੁੱਤਾ ਹੋਇਆ ਜੀ ਰਿਹਾ। ਕਦੀ ਅੰਦਰੋਂ ਖਿਆਲ ਉੱਠੇ ਹੀ ਨਹੀਂ ਕਿ ਮੈਂ ਆਇਆ ਕਾਸ ਵਾਸਤੇ ਆ। ਇਹ ਵੀ ਤਾਂ ਬਦਕਿਸਮਤੀ ਹੈ ਨਾ ਜੀ, ਕਿ ਰੱਬ ਦਾ ਨਾਮ ਨਾ ਚੰਗਾ ਲੱਗਣਾ। ਮੈਂ ਕਹਿੰਦਾ ਮਿਲੇ ਨਾ ਮਿਲੇ, ਘੱਟੋ ਘੱਟ ਪਿਆਰਾ ਤਾਂ ਲੱਗੇ। ਸੁਹਿਰਦਤਾ ਨਾਲ ਸੱਚ ਇਹ ਵੀ ਜਗਿਆਸਾ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ,
ਹਰ ਰੂਹਾਨੀ ਪ੍ਰਸ਼ਨ ਦਾ ਉੱਤਰ ਮਿਲੇਗਾ। ਲਾਈਟ ਸਪੀਡ ਤੋਂ ਤੇਜ਼ ਸਾਡਾ ਥਾਟ ਹੈ, ਤੇ ਥਾਟ ਤੋਂ ਤੇਜ਼ ਗੁਰੂ ਦਾ ਸ਼ਬਦ ਹੈ। ਜਿੱਥੇ ਸ਼ਬਦ ਜਾਂਦਾ ਉੱਥੇ ਥਾਟ ਵੀ ਨਹੀਂ ਜਾ ਸਕਦਾ। ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਵਜੂਦ ਹੈ ਇਸ ਧਰਤੀ ਤੇ, ਕਮਾਈ ਵਾਲਾ ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੋਵੇਗਾ। ਤੇ ਇਹ ਵੀ ਇੱਕ ਰੱਬ ਦੀ ਖੇਡ ਮੈਂ ਦੇਖੀ ਹੈ ਪਿਛਲੇ ਸਾਲਾਂ ਚੋਂ। ਜਿਹੜਾ ਬੰਦਾ ਅੱਤ ਦਾ ਨਾਸਤਿਕ ਦੇਖਿਆ, ਉਹ ਜਦੋਂ ਮੁੜਦਾ ਫਿਰ ਸਿਰੇ ਲਾ ਦਿੰਦਾ ਬੰਦਗੀ 'ਚ। ਤੇ ਜਿਹੜੇ ਸਾਰੇ ਜ਼ਿੰਦਗੀ ਰੱਬ ਰੱਬ ਕੂਕਦੇ ਪਏ ਖਿਮਾ ਕਰੇ, ਜਦੋਂ ਕਾਂਟਾ ਬਦਲਦਾ ਇੰਨੇ ਕੁ ਨਾਸਤਕ ਹੋ ਜਾਂਦੇ ਨੇ, ਨਿਤਨ ਵੀ ਛੱਡ ਜਾਂਦੇ। ਮੈਂ ਫਿਰ ਬੇਨਤੀ ਕਰਾਂਗਾ, ਅਸੀਂ ਬਣ ਗਏ ਵੀ ਆਨਲਾਈਨ ਸਭ ਕੁਝ। ਹੁਣ ਅੱਜ ਕੱਲ੍ਹ ਵੀ ਚੱਲਦਾ ਨਾ, ਅਸੀਂ ਆਨਲਾਈਨ ਕੀਰਤਨ ਕਰਨੇ, ਅਸੀਂ ਆਨਲਾਈਨ ਸਿਮਰਨ ਕਰਨੇ। ਚੰਗਾ ਠੀਕ ਬਿਮਾਰੀ ਤੋਂ, ਪਰ ਚੇਤੇ ਰੱਖਿਓ ਆਨਲਾਈਨ ਉਹ ਸਵਾਦ ਨਹੀਂ ਆਉਣਾ ਜਿਹੜਾ ਗੁਰਦੁਆਰੇ ਚੌਂਕੜੀ ਮਾਰ ਕੇ ਆਉਣਾ। ਉਹਨੇ ਕਿਹਾ ਇੱਕ ਕੰਮ ਕਰ, ਜੇ ਕੁਝ ਪਰਮਾਰਥ ਚ ਕਮਾਣਾ ਹੀ, ਤੇ ਜਿਨ੍ਹਾਂ ਨਾਲ ਤੇਰਾ ਵਿਰੋਧ ਹੈ ਉਹਨਾਂ ਤੋਂ ਖਿਮਾ ਮੰਗ ਕੇ ਆ। ਕਹਿੰਦੇ ਨੇ ਮੇਰੀ ਮਤਰਈ ਮਾਂ ਨਾਲ ਮੇਰਾ ਵਿਰੋਧ ਸੀ, ਮੈਂ ਸਭ ਤੋਂ ਪਹਿਲਾਂ ਉਸ ਮਾਂ ਤੋਂ ਮਾਫੀ ਮੰਗੀ ਜਾ ਕੇ। ਉਹਨੇ ਜਪ ਦਾ ਧਰਮ ਵੀ ਕਰ ਲਿਆ, ਉਹਨੇ ਤਪ ਦਾ ਵੀ ਕਰ ਲਿਆ, ਤੀਰਥ ਦਾ ਵੀ ਕਰ ਲਿਆ, ਪੂਜਾ ਦਾ ਵੀ ਕਰ ਲਿਆ। ਹਰ ਧਰਮ ਉਹਦੇ ਚ ਆ ਗਿਆ। ਕਿਹਦੇ ਚ? ਜਿਸ ਚ ਬੈਠ ਕੇ ਕਿਤੇ ਰੱਬ ਦੀ ਕਿਸੇ ਨੇ ਸਿਫਤ ਕੀਤੀ। ਨਾਮ ਬਰਾਬਰ ਕੁਛ ਨਹੀਂ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਸੰਸਾਰੀ ਤੌਰ ਤੇ ਵਾਪਰਦੀਆਂ ਹੋਈਆਂ ਘਟਨਾਵਾਂ ਜਿਹੜੀਆਂ ਸਾਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਵਿਚਲਿਤ ਕਰ ਜਾਂਦੀਆਂ ਨੇ, ਉਸ ਵਿੱਚ ਦੁੱਖ, ਨਿੰਦਿਆ, ਚਿੰਤਾਵਾਂ, ਸਹਿਸੇ, ਤੇ ਦੂਜਾ ਪੱਖ ਹੈ ਸੁਖ ਪਦਾਰਥ। ਦੂਸਰੀ ਬਾਣੀ ਸਤਿਗੁਰੂ ਦਾ ਦੂਸਰਾ ਵਿਸ਼ਾ ਸਾਰੀ ਬਾਣੀ ਚ ਪੜੋਗੇ ਕਿ ਇਹ ਸਾਰੇ ਘਟਨਾ ਕਰਮ, ਦੁੱਖ ਸੁਖ, ਉਸਤਤ ਨਿੰਦਿਆ, ਮਾਨ ਅਪਮਾਨ, ਜਨਮ ਮਰਨ, ਈਰਖਾ ਦਵੈਸ਼, ਫੋਕੀ ਸ਼ੌਹਰਤ, ਇਸ ਸਭ ਕਾਸੇ ਵਿੱਚੋਂ ਆਪਣੀ ਸੁਰਤ ਨੂੰ ਅਡੋਰ ਰੱਖ ਕੇ ਪਰਮਾਤਮਾ ਦੇ ਨਾਮ ਵਿੱਚ ਕਿਵੇਂ ਜੁੜੇ ਰਹਿਣਾ ਹੈ। ਦੂਜਾ ਵਿਸ਼ਾ ਇਹ ਮਿਲੇਗਾ। ਤੀਸਰਾ ਸਤਿਗੁਰੂ ਦੀ ਬਾਣੀ ਵਿੱਚ ਜੀ ਮੌਤ ਦੀ ਬੜੀ ਗੱਲ ਕੀਤੀ ਗਈ। ਗੁਰੂ ਤੇਗ ਬਹਾਦਰ ਸਾਹਿਬ ਵਾਰ-ਵਾਰ ਮੌਤ ਦੀ ਗੱਲ ਕਰਦੇ ਆ, ਸੰਸਾਰ ਦੇ ਫਨਾ ਹੋਣ ਦੀ, ਦੇਹ ਦੇ ਫਨਾ ਹੋਣ ਦੀ। ਤੇ ਚੌਥਾ ਇੱਕ ਵਿਸ਼ਾ ਜਿੱਦਣ ਦਾ ਮੈਂ ਵਿਚਾਰ ਰਿਹਾ ਵਾਂ, ਉਹ ਹੈ ਕਿ ਸੰਸਾਰ ਵਿੱਚ ਜਿੰਨੇ ਵੀ ਰਿਸ਼ਤੇ ਨੇ, ਇਹਦੇ ਵਿੱਚੋਂ ਜ਼ਿਆਦਾਤਰ ਰਿਸ਼ਤੇ ਸਿਰਫ ਸਵਾਰਥ ਕਰਕੇ ਨੇ। ਭਾਵੇਂ ਉਹ ਖੂਨ ਹੋਵੇ ਤੇ ਭਾਵੇਂ ਬਾਹਰ ਦੀ ਮਿੱਤਰਤਾ ਹੋਵੇ। ਜਿਸ ਦਿਨ ਬੰਦਿਆ ਤੇਰੇ ਤੇ ਮੁਸੀਬਤ ਆ ਪਈ, ਉਸ ਦਿਨ ਕਿਸੇ ਵੀ ਰਿਸ਼ਤੇ ਨੇ ਤੇਰੇ ਨਾਲ ਨਹੀਂ ਖਲੋਣਾ। ਉੱਥੇ ਸਿਰਫ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਖਲੋਵੇਗਾ। ਇਹ ਚਾਰ ਕੁ ਵਿਸ਼ੇ ਮੈਂ ਵਾਰ-ਵਾਰ ਵਾਚਦਾ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲੜੀਵਾਰ ਕਥਾ ਜੋ ਅਮਰੀਕਾ ਵਿੱਚ ਆਪਾਂ ਕਰਦੇ ਹਾਂ, ਅੱਜ ਇਸ ਅਸਥਾਨ ਤੇ ਅਸੀਂ ਰਾਮ ਕਲੀ ਰਾਗ ਦਾ ਦੂਜਾ ਸ਼ਬਦ ਇੱਥੇ ਪਹੁੰਚੇ ਹਾਂ। ਇਹਨਾਂ ਦਿਨਾਂ ਵਿੱਚ ਜਿੰਨੇ ਸ਼ਬਦ ਅੱਗੇ ਆਉਣਗੇ ਸਤਿਗੁਰਾਂ ਦੇ, ਉਹਦੀ ਅਸੀਂ ਵਿਚਾਰ ਕਰਾਂਗੇ। ਇਸ ਕਰਕੇ ਮੈਂ ਆਪ ਜੀ ਦੇ ਆਰੰਭਕ ਕੁਝ ਮਿੰਟ ਤਾਂ ਲਏ ਨੇ ਵੀ ਆਪਾਂ ਪਿਛਾਂ ਲੜੀ ਕਿਹੜੀ ਵਿਚਾਰ ਕਰਦੇ ਆ ਰਹੇ ਹਾਂ। ਅੱਜ ਜਿਹੜਾ ਸ਼ਬਦ ਆਪ ਨੇ ਸਰਵਣ ਕੀਤਾ, ਸਕਰੀਨ ਉੱਪਰ ਵੀ ਗੁਰਮੁਖ ਪਿਆਰਿਆਂ ਨੇ ਸ਼ਬਦ ਦਿਖਾ ਦਿੱਤਾ ਹੈ। ਤੇ ਕੁਝ ਤਜਰਬਾ ਪਿਛਲੇ ਸਾਲਾਂ ਤੋਂ ਹੋਰ ਵੀ ਹੋਇਆ, ਉਹ ਵੀ ਮੈਂ ਸ਼ੇਅਰ ਕਰਦਾ ਆ ਰਿਹਾ ਕਿ ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਸਹਿਜ ਪਾਠ ਕਰਕੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹੋਣ। ਹਰ ਇੱਕ ਨੇ ਨਹੀਂ ਕੀਤੇ ਹੁੰਦੇ, ਪਰ ਸਿੱਖ ਹੋਣ ਦੇ ਨਾਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਜੇ ਪੜ੍ਹਿਆ ਹੈ, ਫਿਰ ਬੇਨਤੀ ਜਿਹਨੂੰ ਗੁਰਮੁਖੀ ਦਾ ਪਤਾ ਹੈ, ਜਿਹੜਾ ਪੜ੍ਹ ਸਕਦਾ ਹੈ, ਰਹਿਤ ਮਰਿਆਦਾ ਕਹਿੰਦੀ ਹਰ ਸਿੱਖ ਆਪਣੀ ਜ਼ਿੰਦਗੀ ਵਿੱਚ ਸਾਧਾਰਨ ਪਾਠ ਜ਼ਰੂਰ ਕਰੇ। ਚਲੋ ਜਿਹਨੂੰ ਅਸੀਂ ਆਪਣੀ ਲਫ਼ਜ਼ਾਂ ਵਿੱਚ ਸ਼ਬਦਾਵਲੀ 'ਚ ਸਹਿਜ ਪਾਠ ਕਹਿੰਦੇ ਹਾਂ, ਉਂਝ ਸਿੱਖ ਰਹਿਤ ਮਰਿਆਦਾ ਵਿੱਚ ਉਹਦੇ ਲਈ ਸ਼ਬਦ ਵਰਤਿਆ ਸਧਾਰਨ ਪਾਠ। ਸਧਾਰਨ ਪਾਠ ਉੱਤੇ ਇੰਦਰਾਜ ਹੈ। ਕਈ ਸੱਜਣ ਸਾਡੇ ਆਮ ਕਹਿੰਦੇ ਨੇ ਖੁੱਲਾ ਪਾਠ ਰੱਖਿਆ। ਚਲੋ ਇਹ ਕੋਈ ਸ਼ਬਦਾਵਲੀ ਦੇ ਸੰਬੰਧੀ ਖਿੱਚੋਤਾਣ ਨਹੀਂ ਚਾਹੀਦੀ, ਪਰ ਹਰ ਸਿੱਖ ਸਧਾਰਨ ਪਾਠ ਆਪਣਾ ਆਪ ਖੁਦ ਕਰੇ। ਤੇ ਉਸ ਵਿੱਚ ਸਮਾਂ ਨਹੀਂ ਨਿਰਧਾਰਿਤ ਕੀਤਾ ਵੀ ਤੂੰ ਇੰਨੇ ਦਿਨਾਂ 'ਚ ਹੀ ਭੋਗ ਪਾਣੇ। ਚਲੋ ਖੁਸ਼ੀ ਗਮੀ ਵਿੱਚ ਅਸੀਂ ਦਿਨ ਮੁਕਰਰ ਕਰ ਲੈਂਦੇ ਹਾਂ, ਕਿਉਂਕਿ ਭੋਗ ਦਾ ਦਿਨ ਮੁਕਰਰ ਹੁੰਦਾ, ਸਾਨੂੰ ਸਮੇਂ ਅਨੁਸਾਰ ਭੋਗ ਪਾਣਾ ਪੈਣਾ ਹੈ।
ਵਿਆਹ ਦੇ ਦਿਨ ਨਿਸ਼ਚਿਤ ਹੁੰਦੇ ਨੇ, ਉਸ ਹਿਸਾਬ ਨਾਲ ਅਸੀਂ ਪਾਠ ਕਰਨੇ ਆ। ਉਂਝ ਸਧਾਰਨ ਪਾਠ ਦਾ ਸਿੱਧਾ ਮਤਲਬ ਇਹ ਵੇ, ਭਾਵੇਂ ਤੁਸੀਂ 2 ਮਹੀਨੇ 'ਚ ਕਰ ਲਓ, ਮਹੀਨੇ 'ਚ ਕਰ ਲਓ, 15 ਦਿਨਾਂ 'ਚ ਕਰ ਲਓ, ਹਫ਼ਤੇ 'ਚ ਕਰ ਲਓ, ਹਰ ਸਿੱਖ ਆਪਣਾ ਸਧਾਰਨ ਪਾਠ ਖੁਦ ਜ਼ਰੂਰ ਕਰੇ। ਤੇ ਇਹ ਤੇ ਸਿੱਖ ਸ਼ਬਦ ਹੈ। ਭਾਵੇਂ ਅਸੀਂ ਇਹ ਗੱਲ ਮੈਂ ਹੋਰ ਕਹਿ ਕੇ ਆਰੰਭਤਾ ਕਰਨਾ, ਅਸੀਂ ਅਖੰਡ ਪਾਠ ਸਾਹਿਬ ਕਰਨੇ ਆ। ਪਰਮੇਸ਼ਵਰ ਨੇ ਹਰ ਇੱਕ ਦੀ ਰੋਜ਼ੀ ਰੋਟੀ ਉਹਦੇ ਭਾਗ ਮੱਥੇ ਦੇ ਲਿਖੇ ਹੋਏ ਆ। ਇਸ ਨੂੰ ਜ਼ਿਹਨ 'ਚ ਰੱਖ ਕੇ ਤੁਰੀਏ। ਕਿਸੇ ਨੂੰ ਰੋਜ਼ੀ ਦਾ ਸਾਧਨ ਵੀ ਇਹ ਬਣਾ ਦਿੱਤਾ ਹੈ। ਭਾਵੇਂ ਅਸੀਂ ਕਥਾ ਕਰਨੇ ਆ, ਕੀਰਤਨ ਕਰਨੇ ਆ, ਪਾਠ ਕਰਨੇ ਆ, ਮੇਰੀ ਇੱਕ ਨਿੱਜੀ ਰਾਏ ਹੈ, ਇਸ ਸਭ ਕਸ ਕਰਨ ਤੇ ਬਾਵਜੂਦ ਵੀ ਆਪਣਾ ਸਹਿਜ ਪਾਠ ਜ਼ਿੰਦਗੀ ਲਈ ਫਿਰ ਵੀ ਕਰਨਾ ਚਾਹੀਦਾ ਹੈ। ਭਾਵੇਂ 2 ਅੰਗ ਰੋਜ਼ ਦੇ ਕਰੀਏ। ਤੇ ਇਹ ਤਾਂ ਸਕਰੀਨ ਤੇ ਪਾਠ ਸ਼ਬਦ ਜਿਹੜਾ ਉਹ ਸੰਗਤ ਦੇ ਲਈ ਵੀ ਜਦੋਂ ਮੈਂ ਅਰਥ ਕਰਾਂਗਾ ਤੇ ਸਾਨੂੰ ਅਰਥ ਕਰਨ ਦੇ ਵਿੱਚ ਸੁਖੈਨਤਾ ਹੋਵੇ। ਕਿਉਂਕਿ ਜਿਸ ਨੇ ਨਹੀਂ ਪਾਠ ਕੀਤਾ, ਘੱਟੋ ਘੱਟ ਅੱਜ ਤਾਂ ਉਹ ਪਾਠ ਦੇ ਦੀਦਾਰ ਕਰੇਗਾ ਨਾ। ਤੇ ਮੈਂ ਕਹਿਣਾ ਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਦੀਦਾਰ ਹਜ਼ੂਰ ਦਾ ਪਾਠ ਹੀ ਕਰਨਾ ਹੈ। ਤਾਂ ਹੀ ਸਤਿਗੁਰਾਂ ਦੇ ਸਨਮੁਖ ਅਰਦਾਸ ਕਰਨੇ ਆ ਕਿ 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉੱਥੇ ਪਾਠ ਨਾਲ ਸ਼ਬਦ ਦੀਦਾਰ ਆਇਆ ਹੈ। ਇਹ ਸਤਿਗੁਰਾਂ ਦਾ ਇਹ ਸ਼ਬਦ ਪ੍ਰਸ਼ਨੋਤਰੀ ਹੈ। ਇਸ ਵਿੱਚ ਸਤਿਗੁਰੂ ਆਪ ਹੀ ਪ੍ਰਸ਼ਨ ਕਰਦੇ ਆ ਤੇ ਆਪ ਹੀ ਤੁਸੀਂ ਦੇਖੋਗੇ ਇਹਦਾ ਉੱਤਰ ਪੈ ਦਿੰਦੇ ਆ। ਇਹ ਸਾਰੇ ਸ਼ਬਦ ਨੂੰ ਆਪਾਂ ਅੱਜ ਦੇ ਇਸ ਦੀਵਾਨ 'ਚ ਵਾਚਾਂਗੇ। ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਹੈ ਰਾਮ ਕਲੀ ਮਹੱਲਾ 9ਵਾਂ। ਰਾਮ ਕਲੀ ਰਾਗ ਹੈ ਤੇ 9ਵੇਂ ਸਤਿਗੁਰਾਂ ਦਾ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਉਂਝ ਰਾਮ ਕਲੀ ਵਿੱਚ ਇੱਕ ਉਪ ਰਾਗ ਵੀ ਹੈ, ਕੱਲ ਮੈਂ ਬੇਨਤੀ ਕੀਤੀ ਸੀ। ਇੱਕ ਰਾਮ ਕਲੀ ਦੱਖਣੀ ਵੀ ਹੈ ਜਿਸ ਵਿੱਚ ਹਜ਼ੂਰ ਨੇ ਓੰਕਾਰ ਦੀ ਬਾਣੀ ਦਰਜ ਕੀਤੀ ਹੈ। ਕੱਲ ਮੈਂ ਅਰਜ਼ ਕੀਤੀ ਸੀ, ਜਿਤਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਰਲੇਖ ਲਿਖੇ ਨੇ ਇਹ ਇਗਨੋਰ ਕਰਨ ਵਾਲੇ ਨਹੀਂ। ਇਹ ਨਹੀਂ ਵੀ ਆਪਾਂ ਐਵੇਂ ਲਿਖ ਦਿੱਤਾ ਮਹਾਰਾਜ ਨੇ। ਹਰ ਇੱਕ ਸਰਲੇਖ ਦਾ ਕੋਈ ਮਤਲਬ ਹੈ ਤੇ ਉਹਦਾ ਮਤਲਬ ਇਹ ਵੀ ਜੋ ਲਿਖਿਆ ਹੈ ਉਹਨੂੰ ਸੱਚੀ ਮੁੱਚੀ ਸੰਗਤ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕਮਾਇਆ ਵੀ ਜਾਏ। ਹੁਣ ਰਾਮਕਲੀ ਦੱਖਣੀ ਮੈਂ ਕੱਲ ਕਿਹਾ ਸੀ, ਇੱਕ ਰਾਮਕਲੀ ਰਾਗ ਗਾਇਆ ਜਾਂਦਾ ਹੈ ਨਾਰਥ ਦੇ ਵਿੱਚ, ਇੱਕ ਸਾਊਥ ਵਿੱਚ ਹੈ। ਤੇ ਜਿੱਥੇ ਸਤਿਗੁਰੂ ਰਾਮਕਲੀ ਨਾਲ ਦੱਖਣੀ ਸ਼ਬਦ ਵਰਤਦੇ ਆ, ਇਹਦਾ ਮਤਲਬ ਇਹ ਵੀ ਕੀਰਤਨ ਕਰਨ ਵਾਲੇ ਗੁਰਸਿੱਖੋ, ਇਸ ਸ਼ਬਦ ਦੀਆਂ ਸੁਰਾਂ ਤੁਸੀਂ ਜਿਹੜਾ ਦੱਖਣੀ ਰਾਮਕਲੀ ਦੱਖਣ ਵਿੱਚ ਗਾਈ ਜਾਂਦੀ ਹੈ, ਇਸ ਰਾਮਕਲੀ ਨੂੰ ਦੱਖਣ ਦੇ ਵਿੱਚ ਗਾਉਣ ਵਾਲੀਆਂ ਸੁਰਾਂ ਵਿੱਚ ਗਾਉਣਾ ਹੈ। ਇਹਦਾ ਮਤਲਬ ਸਤਿਗੁਰਾਂ ਨੇ ਇਹ ਕੀਤਾ। ਸਿੱਧੀ ਬਾਤ ਰਾਮਕਲੀ ਰਾਗ ਹੈ। 9ਵੇਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ। ਹਜ਼ੂਰ ਕਹਿੰਦੇ ਸਾਧੋ ਕੌਣ ਜੁਗਤ ਅਬ ਕੀਜੈ, ਇਹ ਰਹਾਉ ਦੀਆਂ ਤੁਕਾਂ ਦੀ ਪਹਿਲੀ ਤੁਕ ਹੈ। ਇੱਥੇ ਸਾਧੂ ਦਾ ਅਰਥ ਹੈ ਹੇ ਸਾਧੂ ਜਨੋ। ਮੈਂ ਇਹਦੇ ਅਰਥ ਕਰਨਾ ਹੁੰਨਾ ਸਾਧਨਾ ਕਰਨ ਵਾਲਿਓ। ਉਂਝ ਵੈਸੇ ਸਤਿਗੁਰਾਂ ਨੇ ਜਿਸ ਵਕਤ ਹਜ਼ੂਰ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਆ ਤੇ ਸਤਿਗੁਰਾਂ ਨੇ ਪਹਿਲਾ ਸ਼ਬਦ ਹੀ ਇਹ ਉਚਾਰਨ ਕੀਤਾ, ਸਾਧੋ ਮਨ ਕਾ ਮਾਨ ਤਿਆਗੋ। ਇਹ ਸ਼ਬਦ ਕਿਆ ਹੈ? ਉਸ ਦਿਨ ਇਹਦੀ ਕਥਾ ਕਰਦਿਆਂ ਮੈਂ ਜਿਸ ਦਿਨ ਆਰੰਭਤਾ ਕੀਤੀ, ਬੇਨਤੀ ਕੀਤੀ ਸੀ, ਇੱਥੇ ਸ਼ਬਦ ਸਾਧਨਾ ਕਰਨ ਵਾਲਿਆਂ ਵਾਸਤੇ ਵਰਤਿਆ ਹੈ। ਕਿਉਂਕਿ ਸਾਧਨਾ ਕਰ ਰਹੇ ਆ ਪਰ ਮਨ ਦੇ ਵਿੱਚ ਜਿਹੜੀ ਸੂਖਸ਼ਮ ਖੌਮੇ ਦੇ ਫੁਰਨੇ ਨੇ ਉਹ ਖਹਿੜਾ ਨਹੀਂ ਛੱਡਦੇ ਪਏ। ਉੱਥੇ ਫਿਰ ਸਤਿਗੁਰੂ ਨੇ ਸ਼ਬਦ ਵਰਤਿਆ, ਸਾਧਨਾ ਕਰਨ ਵਾਲਿਓ, ਸਿਮਰਨ ਕਰਨ ਵਾਲਿਓ, ਰੂਹਾਨੀਅਤ ਦੇ ਮਾਰਗ ਤੇ ਚੱਲਣ ਵਾਲੇ ਭਲੇ ਪੁਰਖੋ, ਜਿੰਨੀ ਦੇਰ ਤੱਕ ਮਨ ਦਾ ਹੰਕਾਰ ਨਹੀਂ ਤਿਆਗਦੇ ਅੰਦਰ ਸਾਧਨਾ ਦਾ ਰਸ ਨਹੀਂ ਬਣ ਸਕੇਗਾ। ਇੱਥੇ ਹੁਣ ਸਤਿਗੁਰੂ ਇੱਕ ਸਵਾਲ ਕਰ ਰਹੇ ਆ। ਮੈਂ ਅਰਜ਼ ਕਰਾਂ, ਸਾਧੂ ਦਾ ਅਰਥ ਹੈ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਧੂ ਜਨੋ। ਬਹੁਵਚਨ ਵਿੱਚ ਇਹ ਅਰਥ ਨੇ। ਸਾਧੂ ਕੌਣ, ਜੁਗਤ, ਕੌਣ ਦਾ ਅਰਥ ਹੈ ਕਿਹੜੀ, ਤੇ ਜੁਗਤ ਦਾ ਅਸੀਂ ਅਰਥ ਕਰਾਂਗੇ ਵਿਧੀ ਜਾਂ ਤਰੀਕਾ ਜਾਂ ਵਸੀਲਾ। ਸਾਧੂ
ਕੌਣ ਜੁਗਤ ਅਬ ਕੀਜੈ। ਹੁਣ ਕਿਹੜਾ ਤਰੀਕਾ ਅਪਣਾਈਏ, ਕਿਹੜਾ ਵਸੀਲਾ ਬਣਾਈਏ, ਕਿਸ ਵਿਧੀ ਨੂੰ ਅਪਣਾਈਏ। ਹੁਣ ਅੱਗੇ ਮਹਾਰਾਜ ਜੀ ਨੂੰ ਪੁੱਛੀਏ ਜੀ ਕਿ ਕਿਸ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾ ਤੇ ਇਹਦਾ ਅਰਥ ਜਿਸ ਤਰੀਕੇ ਨਾਲ। ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਇਹ ਲਫ਼ਜ਼ ਜਿਹੜੇ ਜ਼ਿਆਦਾ ਗੁਰਦੇਵ ਨੇ ਵਰਤੇ ਆ, ਇਹਦੇ ਤੇ ਕਦੀ ਨਾਸਕੀ ਪਾਠ ਜਾਂ ਨਹੀਂ ਕਰਨਾ। ਜਾਂ ਪਾਠ ਕਰਾਂਗੇ ਅਰਥ ਚੇਂਜ ਹੋ ਜਾਣੇ ਨੇ। ਇੱਥੇ ਜਾ ਦਾ ਅਰਥ ਜਿਸ, ਜਿਸ ਤਰੀਕੇ ਨਾਲ, ਜਾ ਤੇ ਜਿਸ ਕਰਕੇ ਦੁਰਮਤ ਸਗਲ ਬਿਨਾਸੈ। ਕਿ ਭਲੇ ਪੁਰਖੋ ਦੱਸੋ ਕਿਹੜਾ ਤਰੀਕਾ ਅਪਣਾਈਏ। ਇਹ ਸਾਡੇ ਆਮ ਸਵਾਲ ਹੁੰਦੇ ਆ, ਤੇ ਮੈਂ ਤਾਂ ਬੇਨਤੀ ਕਰਨਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਆਪਣੇ ਨਿਜਲੀ ਕਰਾਂਗੇ, ਸੱਚ ਇਹ ਵੇ ਗੁਰਮੁਖੋ ਸਾਡੇ ਰੂਹਾਨੀ ਹਰ ਪ੍ਰਸ਼ਨ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ। ਇਹ ਬਾਤ ਵੱਖਰੀ ਕਿ ਕਿਤੇ ਪ੍ਰਸ਼ਨ ਨੂੰ ਸਮਝਦਿਆਂ 2 ਸਾਲ ਲੱਗ ਜਾਣ, ਕਿਤੇ ਉੱਤਰ ਨੂੰ ਲੱਭਦਿਆਂ ਪੂਰੀ ਜ਼ਿੰਦਗੀ ਵੀ ਲੱਗ ਸਕਦੀ, ਪਰ ਹਰ ਪ੍ਰਸ਼ਨ ਦਾ ਉੱਤਰ ਗੁਰਦੇਵ, ਮੈਂ ਰੂਹਾਨੀ ਸ਼ਬਦ ਵਰਤ ਰਿਹਾ, ਸਪਿਰਚੁਅਲ ਜਿੰਨੇ ਵੀ ਤੁਹਾਡੇ ਪ੍ਰਸ਼ਨ। ਹਜ਼ੂਰ ਕਹਿੰਦੇ ਸਾਧੋ ਕੌਣ ਜੁਗਤ ਅਬ ਕੀਜੈ। ਹੁਣ ਕੀ ਤਰੀਕਾ, ਕੀ ਢੰਗ ਅਪਣਾਈਏ। ਜਾਤੇ ਦੁਰਮਤ ਸਗਲ ਵਿਨਾਸੈ। ਦੁਰਮਤ ਦਾ ਅਰਥ ਹੈ ਭੈੜੀ ਮਤ। ਮੈਂ ਸਿਰਫ ਪਹਿਲਾਂ ਅੱਖਰੀ ਅਰਥ ਕਰ ਰਿਹਾ, ਇਹ ਇਸ ਕਰਕੇ ਵੀ ਇਦੋਂ ਬਾਅਦ ਆਪਾਂ ਕਥਾ ਕਰਨੀ ਹੈ ਤੇ ਇਹ ਕੇਂਦਰ ਰਹੇ ਵੀ ਆਪਾਂ ਕਥਾ ਕਰ ਕੀ ਰਹੇ ਹਾਂ। ਜਾਤੇ ਦੁਰਮਤ, ਜਿਸ ਕਰਕੇ ਜਿਹੜੀ ਭੈੜੀ ਮਤ ਹੈ ਸਾਰੀ ਦੁਰਮਤ। ਜਾਤੇ ਦੁਰਮਤ ਸਗਲ ਵਿਨਾਸੈ। ਵਿਨਾਸੈ ਦਾ ਅਰਥ ਹੁੰਦਾ ਬਿਨਸ ਜਾਏ, ਖਤਮ ਹੋਏ। ਜਿਹੜੀ ਖੋਟੀ ਬੁੱਧੀ ਹੈ, ਭੈੜੀ ਮਤ ਹੈ, ਘੱਟ ਅਕਲ ਹੈ, ਇਸ ਬੁੱਧੀ ਦਾ ਨਾਸ਼ ਹੋ ਜਾਏ, ਭੈੜੇ ਪਾਸੇ ਨਾ ਚੱਲਿਆ ਜਾਏ। ਤੇ ਮਹਾਰਾਜ ਕਹਿੰਦੇ ਨੇ ਰਾਮ ਭਗਤ ਮਨ ਭੀਜੈ। ਇਹ ਰਾਮ ਲਫ਼ਜ਼ ਦਾ ਇਹ ਇੱਥੇ ਅਰਥ ਅਸੀਂ ਕਰਾਂਗੇ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਕਿਉਂਕਿ ਆਪ ਜਦੋਂ ਪਾਠ ਕਰਦੇ ਹੋ, ਰਾਮ ਸ਼ਬਦ ਅਵਤਾਰ ਜੀ ਲਈ ਹੈ। ਤ੍ਰੇਤੇ ਯੁੱਗ ਦੇ ਅਵਤਾਰ ਨੇ ਸ਼੍ਰੀ ਰਾਮਚੰਦਰ ਜੀ। ਮੈਂ ਫਿਰ ਬੇਨਤੀ ਕਰਾਂਗਾ ਅਦਬ ਸਹਿਤ ਨਾਮ ਲਈਏ। ਈਰਖਾ ਅਧੀਨ ਕਿਸੇ ਅਵਤਾਰ ਦਾ ਨਾਮ ਅਪਮਾਨ ਸ਼ਬਦਾਵਲੀ ਚ ਨਹੀਂ ਲਈਦਾ ਹੁੰਦਾ। ਹੁਣ ਉੱਥੇ ਰਾਮ ਸ਼ਬਦ ਆਇਆ। ਰਾਮ ਦਾ ਅਰਥ ਉੱਥੇ ਰਾਮਚੰਦਰ ਜੀ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਉਹ ਸ਼੍ਰੀ ਰਾਮਚੰਦਰ ਜੀ ਲਿਖੇ। ਰੋਵੈ ਰਾਮ ਨਿਕਾਲਾ ਭਇਆ, ਉੱਥੇ ਵੀ ਸ਼੍ਰੀ ਰਾਮਚੰਦਰ ਲਈਏ। ਇੱਕ ਮੈਂ ਬੇਨਤੀ ਆਪ ਨੂੰ ਸਿਰਫ ਕਰਨੀ ਚਾਹਨਾ ਵਾਂ ਕਿ ਰਾਮ ਸ਼ਬਦ ਤ੍ਰੇਤੇ ਤੋਂ ਨਹੀਂ ਸ਼ੁਰੂ ਹੋਇਆ। ਤ੍ਰੇਤੇ ਚਾਹੇ ਸ਼੍ਰੀ ਰਾਮ ਜੀ, ਗੁਰੂ ਗ੍ਰੰਥ ਸਾਹਿਬ ਮੁਤਾਬਕ ਪ੍ਰਹਿਲਾਦ ਸਤਯੁਗ ਵਿੱਚ ਹੋਇਆ ਹੈ ਅਤੇ ਸ਼੍ਰੀ ਰਾਮਚੰਦਰ ਜੀ ਦਾ ਜਨਮ ਹੀ ਨਹੀਂ ਹੋਇਆ। ਤੇ ਪ੍ਰਹਿਲਾਦ ਉਸ ਵੇਲੇ ਵੀ ਰਾਮ ਜਪ ਰਿਹਾ ਹੈ। ਇੱਕ ਸ਼ਬਦ ਆਉਂਦਾ ਹੈ, ਕਿਉਂਕਿ ਕਈ ਵਾਰੀ ਸਾਡੇ ਮਨ ਚ ਆਉਂਦਾ ਹੈ ਨਾ ਵੀ ਅਰਥ ਕਰਦੇ ਹਾਂ। ਹੁਣ ਵੇਖੋ ਇੱਕ ਪਾਠ ਹੁੰਦਾ ਹੈ, ਇਹ ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ। ਉਹ ਸ਼ਬਦ ਆਰੰਭ ਹੁੰਦਾ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਗੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੈ ਬੁਗਾਰੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਿ ਜਿਹੜਾ ਪ੍ਰਹਿਲਾਦ ਹੈ ਰਾਮ ਕਹਿ ਕਹਿ ਕੇ ਤਾਲੀਆਂ ਮਾਰਦਾ ਹੈ, ਤੇ ਜਿੰਨੇ ਇਹਦੇ ਨਾਲ ਚਾਟੜੇ ਬੱਚੇ ਹੋਰ ਪੜ ਰਹੇ ਆ ਉਹਨਾਂ ਬੱਚਿਆਂ ਨੂੰ ਵਿਗਾੜ ਦਿੱਤਾ। ਹਰਨਾਕਸ਼ ਦੀ ਨਾਂ ਦੀ ਥਾਂ ਇਹ ਰਾਮ ਜੀ ਦਾ ਨਾਮ ਜਪਾ ਰਿਹਾ। ਪਰ ਪ੍ਰਸ਼ਨ ਹੁੰਦਾ ਉਦੋਂ ਤਾਂ ਰਾਮਚੰਦਰ ਜੀ ਦਾ ਜਨਮ ਵੀ ਨਹੀਂ ਹੋਇਆ। ਯੁੱਗ ਦਾ ਫਰਕ ਹੈ, ਪਰ ਉਹਦੇ ਸਿੱਧੇ ਅਰਥ ਨੇ ਰਾਮ ਸਰਬ ਵਿਆਪਕ ਪਾਰ ਬ੍ਰਹਮ ਪਰਮੇਸ਼ਵਰ ਜੋ ਸਭ ਥਾਵਾਂ ਤੇ ਰਮੇ ਹੈ। ਇੱਕ ਹੋਰ ਬੇਨਤੀ, ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਆਉਂਦਾ ਹੈ, ਹਜ਼ੂਰ ਦਾ ਇੱਕ ਬਚਨ ਹੈ ਕਿ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘੁਨਾਥ। ਹੁਣ ਕਈ ਵਾਰੀ ਇਹਦੇ ਅਰਥ ਕਰਦਿਆਂ ਵੀ ਸਾਡਾ ਧਿਆਨ ਚਲਾ ਜਾਂਦਾ ਸ਼੍ਰੀ ਰਾਮਚੰਦਰ ਜੀ ਦੀ ਜਿਹੜੀ ਕੁਲ ਹੈ ਰਘੂ ਕੁਲ, ਰਘੁਨਾਥ। ਆਪ ਕੋਸ਼ ਦੇਖਿਓ, ਰਘੁਨਾਥ ਦਾ ਅਰਥ ਕੇਵਲ ਰਘੂ ਕੁਲ ਨਹੀਂ, ਰਘੂ ਦਾ ਲਫ਼ਜ਼ੀ ਅਰਥ ਹੈ ਪ੍ਰਕਾਸ਼, ਤੇ ਨਾਥ ਦਾ ਅਰਥ ਹੈ ਸੁਆਮੀ, ਜਿਹੜਾ ਅਨਭਉ ਪ੍ਰਕਾਸ਼ ਦਾ ਮਾਲਕ ਹੈ, ਜਿਹਨੂੰ ਅਸੀਂ ਅਕਾਲ ਮੂਰਤ ਕਹਿੰਦੇ ਆ, ਸਹਿਭੰਗ ਕਹਿੰਦੇ ਆ, ਜਿਹੜਾ ਸੁਤੇ ਸਿੱਧ ਪ੍ਰਕਾਸ਼ ਮਾਣੇ। ਉੱਥੇ ਰਘੁਨਾਥ ਦਰ ਤੇ ਰੂਹਾਨੀ ਪ੍ਰਕਾਸ਼ ਦਾ ਜੋ ਮਾਲਕ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂਗਾ
ਜਿੱਥੇ ਉਹਨਾਂ ਦੇ ਅਦਬਲੀ ਸ਼ਬਦ ਆਇਆ ਉੱਥੇ ਧੱਕੇ ਨਾਲ ਅਰਥ ਚੇਂਜ ਨਾ ਕਰੀਏ। ਇਮਾਨਦਾਰੀ ਅਰਥਾਂ ਵਿੱਚ ਇਹੀ ਹੋਵੇਗੀ। ਇੱਥੇ ਮੈਂ ਫਿਰ ਬੇਨਤੀ ਕਰਾਂਗਾ ਕਿ ਅਰਦਾਸ ਗੁਰੂਦੇਵ ਪੁੱਛ ਰਿਹਾ ਸੰਤ ਜਨੋ ਗੁਰਮੁਖੋ ਦੱਸੋ ਖਾਂ ਭੈੜੀ ਮੱਤ ਕਿਵੇਂ ਖਤਮ ਹੋਵੇ। ਤੇ ਦੂਸਰਾ ਕਹਿੰਦੇ ਨੇ ਰਾਮ ਭਗਤ। ਤੇ ਫਿਰ ਮੈਂ ਬੇਨਤੀ ਕਰਾਂ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਤੇ ਪਿਛਲੇ ਦਿਨਾਂ ਤੋਂ ਮੈਂ ਕਿਹਾ ਕਿ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆਵੇ ਉਹਦੇ ਸਿੱਧੇ ਅਰਥ ਨੇ ਗੁਰਮੁਖੋ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਸਿਮਰਨ। ਇਹ ਕਿਉਂ ਮੈਂ ਰਿਪੀਟ ਕਰ ਰਿਹਾ ਅਰਥ? ਕਿਉਂਕਿ ਕਈ ਵਾਰੀ ਉਚਾਰਨ ਵਿੱਚ ਸ਼ਬਦ ਇੱਕੋ ਜਿਹਾ ਹੁੰਦਾ ਹੈ ਪਰ ਅਰਥ ਇੱਕ ਜੈਸੇ ਨਹੀਂ ਹੁੰਦੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉੱਥੇ ਸ਼ਬਦ ਭਗਤ ਹੀ ਉਚਾਰ ਰਹੇ। ਹੁਣ ਤੇਰੇ ਭਗਤ ਸਲਾਹਨ ਤੁਧ ਜੀ, ਉਚਾਰਨ ਤੇਰੀ ਨਾਲ ਵੀ ਭਗਤ ਹੈ ਤੇ ਤੇਰੇ ਨਾਲ ਵੀ ਭਗਤ ਹੈ। ਜਿਹੜਾ ਗੁਰਬਾਣੀ ਦੀ ਸਮਝ ਰੱਖਦਾ ਉਹ ਫਿਰ ਸਵਾਲ ਤਾਂ ਉੱਠੇਗਾ ਵੀ ਤੇਰੀ ਵੀ ਭਗਤ, ਇਸਤਰੀ ਲਿੰਗ ਵੀ ਭਗਤ ਤੇ ਤੇਰੇ ਪੁਲਿੰਗ ਵੀ ਭਗਤ। ਫਿਰ ਜਿਨ੍ਹਾਂ ਨੂੰ ਬਾਣੀ ਦੀ ਸੋਝੀ ਉਹ ਕਹਿਣਗੇ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆਈ ਇਸਤਰੀ ਲਿੰਗ, ਇਹਦਾ ਅਰਥ ਹੈ ਭਗਤੀ, ਇਹਦਾ ਅਰਥ ਹੈ ਇਬਾਦਤ ਸਿਮਰਨ। ਜਿੱਥੇ ਤੇਰੇ ਭਗਤ ਆਇਆ ਉਹਦਾ ਉਚਾਰਨ ਅਸੀਂ ਭਗਤੀ ਕਰਨੇ ਪਏ ਹਾਂ, ਇਹਦਾ ਅਰਥ ਹੈ ਪੁਲਿੰਗ ਬਹੁਵਚਨ ਕਿ ਬਹੁਤ ਸਾਰੇ ਰੱਬ ਦੀ ਭਗਤੀ ਕਰਨ ਵਾਲੇ। ਮੈਂ ਆਪ ਨੂੰ ਤਾਂ ਅਰਜ਼ ਕੀਤੀ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ, ਇਹਦਾ ਅਰਥ ਹੈ ਭਗਤੀ। ਰਾਮ ਭਗਤ ਦਾ ਅਰਥ ਹੋ ਗਿਆ ਪ੍ਰਭੂ ਦੀ ਭਗਤੀ, ਪਰਮਾਤਮਾ ਦਾ ਸਿਮਰਨ, ਰਾਮ ਜੀ ਕਾ ਭਜਨ। ਅੱਗੇ ਮਹਾਰਾਜ ਕਹਿੰਦੇ ਨੇ ਰਾਮ ਭਗਤ ਮਨ ਭੀਜੈ। ਮਨ ਦਾ ਅਰਥ ਹੀ ਸਾਰੇ ਸਮਝਦੇ। ਉਂਝ ਵੈਸੇ ਫਾਰਸੀ ਵਿੱਚ ਜਿਹੜਾ ਮਨ ਸ਼ਬਦ ਹੈ ਨਾ, ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਬੜਾ ਸ਼ਬਦ ਵਰਤਿਆ ਫਾਰਸੀ ਦਾ ਮਨ। ਉੱਥੇ ਮਨ ਦਾ ਅਰਥ ਹੈ ਮੈਂ। ਉਂਝ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ ਜੀ ਮਨ ਸ਼ਬਦ ਮੈਂ ਦੇ ਅਰਥਾਂ ਵਿੱਚ ਵੀ ਆਇਆ। ਇੱਥੇ ਮਨ ਦਾ ਅਰਥ ਹੈ ਕਿ ਸਾਡਾ ਅੰਦਰ ਦਾ ਉਹ ਅਦ੍ਰਿਸ਼ਟ ਇੰਦਰਾ ਮੈਂ ਸ਼ਬਦ ਵਰਤਾਂਗਾ ਕਿ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਨਾ ਨਜ਼ਰ ਆਉਂਦਾ ਹੋਇਆ ਨਜ਼ਰ ਵਾਲੇ ਸਾਰੇ ਨੂੰ ਕਾਬੂ ਕਰੀ ਬੈਠਾ ਹੈ। ਮਨ ਦਿਸਰਾ ਨਹੀਂ, ਵਿਚਾਰਾਂ ਦੀ ਖਿਆਲਾਂ ਦੀ ਇੱਕ ਪੋਟਲੀ ਹੈ, ਇੰਨੀ ਤੇਜ਼ ਚੱਲਦਾ ਇਹਦੇ ਬਰਾਬਰ ਕੋਈ ਹੈ ਨਹੀਂ। ਗੁਰੂ ਜੀ ਇੱਥੇ ਉਸ ਮਨ ਦਾ ਅਰਥ ਕਰ ਰਿਹਾ। ਭੀਜੈ ਦਾ ਅਰਥ ਹੈ ਪਤੀਜ ਜਾਣਾ, ਭਿੱਜ ਜਾਣਾ, ਉਸ ਵਿੱਚ ਰਚ ਮਿਚ ਜਾਣਾ। ਰਹਾਓ ਦੋ ਤੁਕਾਂ ਅਸੀਂ ਪੜ੍ਹੀਆਂ ਨੇ, ਮੈਂ ਇਹਦੇ ਫਿਰ ਸਰਲ ਅਰਥ ਕਰਕੇ ਅਸੀਂ ਕਥਾ ਸ਼ੁਰੂ ਕਰਨੇ ਆ। ਵਿਆਖਿਆ ਮਹਾਰਾਜ ਕਹਿੰਦੇ ਸਾਧੂ ਕੌਣ ਜੁਗਤ ਅਬ ਕੀਜੈ। ਭਲੇ ਪੁਰਖੋ ਬੰਦਗੀ ਵਾਲਿਓ ਸਾਨੂੰ ਦੱਸੋ ਕਿਹੜਾ ਤਰੀਕਾ, ਕਿਹੜੀ ਜੁਗਤ, ਕਿਹੜੀ ਵਿਧੀ ਹੁਣ ਅਪਣਾਈਏ। ਜਾਤੇ ਦੁਰਮਤ ਸਗਲ ਵਿਨਾਸ਼ ਹੈ, ਜਿਹਦੇ ਕਰਕੇ ਸਾਡੇ ਅੰਦਰ ਦੀ ਖੋਟੀ ਬੁੱਧੀ ਦਾ ਨਾਸ਼ ਹੋ ਜਾਏ। ਤੇ ਮਹਾਰਾਜ ਕਹਿੰਦੇ ਰਾਮ ਭਗਤ ਮਨ ਭੀਜੈ। ਸਾਡਾ ਮਨ ਪਰਮਾਤਮਾ ਦੀ ਭਗਤੀ ਵਿੱਚ, ਉਹਦੇ ਸਿਮਰਨ ਦੇ ਵਿੱਚ ਭਿੱਜ ਜਾਏ, ਹੋਰ ਕੁਝ ਚੇਤੇ ਨਾ ਰਹੇ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਸ਼ਨ ਕੀਤੇ। ਆਓ ਹੁਣ ਇਹਦੀ ਥੋੜੀ ਜੀ ਵਿਆਖਿਆ ਸਮੇਂ ਅਨੁਸਾਰ। ਤੇ ਸਾਰੀ ਬਾਣੀ ਗੁਰਮੁਖੋ ਪ੍ਰੈਕਟੀਕਲ ਜੇ। ਇਹ ਜਿੰਨਿਆਂ ਨੇ ਵੀ ਬਚਨ ਉਚਾਰਨ ਕੀਤੇ ਨੇ ਮਹਾਂਪੁਰਖਾਂ ਨੇ, ਸਾਡੀ ਤਰ੍ਹਾਂ ਪੜ੍ਹ ਪੜ੍ਹਾ ਕੇ ਸਟੇਜ ਤੇ ਨਹੀਂ, ਸੱਚ ਇਹ ਵੇ ਉਹਨਾਂ ਨੇ ਅੰਦਰ ਨੂੰ ਪੜ੍ਹਿਆ। ਜਿਨਨੇ ਮਨ ਨੂੰ ਪੜ੍ਹ ਲਿਆ ਉਹਨੇ ਬਾਹਰੋਂ ਕੁਝ ਵੀ ਨਹੀਂ ਪੜ੍ਹਿਆ। ਸਾਰੀ ਦੁਨੀਆ ਉਹਨਾਂ ਨੂੰ ਪੜ੍ਹ ਕੇ ਠੰਡ ਪੈ ਰਹੀ ਉਹਨਾਂ ਦੇ ਅੰਦਰ। ਹੁਣ ਇੱਥੇ ਸਤਿਗੁਰੂ ਨੇ ਪ੍ਰਸ਼ਨ ਕੀਤਾ ਹੈ, ਅੱਗੇ ਉੱਤਰ ਦੇਣਗੇ, ਕਿਉਂਕਿ ਇਹ ਪ੍ਰਸ਼ਨ ਜਿਹੜਾ ਅੱਜ ਹੈ ਆਪਣੇ ਵਿੱਚ, ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂਗਾ, ਤਕਰੀਬਨ 100 ਵਿੱਚੋਂ 1-2 ਬੰਦਾ ਹੋਵੇਗਾ ਜਿਹੜਾ ਇਹ ਪ੍ਰਸ਼ਨ ਕਰੇਗਾ। ਇਹ ਸੱਚਾਈ ਜੇ। ਸਿਮਰਨ ਦਾ, ਨਾਮ ਦਾ, ਬੰਦਗੀ ਦਾ, ਰੂਹਾਨੀਅਤ ਦਾ, ਰਸ ਦਾ, ਇਬਾਦਤ ਦਾ, ਮਨ ਦੇ ਟਿਕਣ ਦਾ, ਇਹ ਉਹੀ ਪ੍ਰਸ਼ਨ ਕਰ ਸਕਦਾ ਜਿਹਦੇ ਅੰਦਰ ਚੇਟਕ ਲੱਗ ਗਈ ਹੈ ਨਾਮ ਦੀ, ਜਿਹਦੇ ਅੰਦਰ ਵੱਡੇ ਭਾਗਾਂ ਨਾਲ ਬਿਰਹਾ ਪੈਦਾ ਹੋ ਗਿਆ ਕਿ ਮੈਂ ਆਖਰ ਕਰਨ ਕੀ ਆਇਆ, ਮੇਰਾ ਮਕਸਦ ਕੀ ਹੈ, ਕਿ ਸਾਰੀ ਜ਼ਿੰਦਗੀ ਮੈਂ ਜੋ ਕੁਝ ਕਮਾ ਲਿਆ, ਜੋ ਕੁਝ ਵਰਤ ਲਿਆ, ਇਸ ਦਾ ਨਾਮ ਹੀ ਜ਼ਿੰਦਗੀ ਹੈ। ਫਿਰ ਉਹਦੇ ਅੰਦਰ ਇੱਕ ਜਗਿਆਸਾ ਪੈਦਾ ਹੁੰਦੀ ਹੈ, ਫਿਰ ਉਹ ਲੱਭਦਾ ਹੈ। ਤੇ ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ, ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ। ਸਭ 'ਚ ਨਹੀਂ ਦੇਖ ਹੁੰਦੀ, ਹਰ ਇੱਕ ਬੰਦੇ ਅੰਦਰ ਨਹੀਂ ਇਹ ਤਾਂਘ ਪੈਦਾ ਹੁੰਦੀ। ਮਿਲਾਪ ਹੋਣਾ ਵੱਖਰੀ ਗੱਲ ਹੈ, ਪਰ ਤਾਂਘ ਪੈਦਾ ਹੋਣੀ ਵੀ ਰੱਬ ਦੀ ਕਿਰਪਾ ਹੈ, ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾ ਅੰਦਰ ਤਾਂਘ ਸ਼ਬਦ ਸਮਝਦੇ ਆ ਨਾ,
ਪਿਆਸ ਨਹੀਂ ਪੈਦਾ ਹੋ ਸਕਦੀ। ਆ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਪਤਾ ਹੈ, ਉਹਦੇ ਵਿੱਚ ਹਜ਼ੂਰ ਨੇ ਕਿਹਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਜਿਸ ਪ੍ਰਭੂ ਦੇ ਸੇਵਕ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋਗੀ, ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਉਹਦੇ ਤੋਂ ਬਲਖਾਰ ਕੁਰਬਾਨ ਜਾਨਾ, ਕਿਉਂਕਿ ਪਿਆਸ ਪੈਦਾ ਹੋਣ ਨਾਲ ਪਾਣੀ ਦੀ ਕਦਰ ਪੈਂਦੀ ਏ, ਅੰਦਰੋਂ ਰੱਬ ਨੂੰ ਮਿਲਣ ਦੀ ਪਿਆਸ ਦੇ ਨਾਲ ਬਾਣੀ ਦੀ ਕਦਰ ਪੈਂਦੀ ਹੈ। ਜਿਹਨੂੰ ਪਿਆਸ ਹੋਵੇ ਉਹਨੂੰ ਪੁੱਛ ਕੇ ਦੇਖੋ ਕਿ ਇਸ ਪਾਣੀ ਦੀ ਕੀਮਤ ਕੀ ਹੈ। ਜਿਹਨੂੰ ਪਿਆਸ ਨਹੀਂ ਉਹ ਬੇਕਦਰੀ ਕਰੇਗਾ, ਜਿਹਨੂੰ ਪਿਆਸ ਹੈ ਗੁਰਮੁਖ ਉਹ ਪਾਣੀ ਦੀ, ਉਹ ਨੀਰ ਦੀ ਕਦਰ ਜਾਣਦਾ ਹੈ। ਜਿਸ ਬੰਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ ਉਹੀ ਬਾਣੀ ਨਾਮ ਤੇ ਬੰਦਗੀ ਕਰਨ ਵਾਲੇ ਗੁਰਮੁਖ ਦੀ ਕਦਰ ਨੂੰ ਜਾਣਦਾ ਹੈ। ਫਿਰ ਮੈਂ ਅਰਜ਼ ਕਰਾਂ, ਤਾਂਘ ਇਹ ਬੜੀ ਬਖਸ਼ਿਸ਼ ਵੱਡੀ ਹੈ, ਪਰ ਇਸ ਨੂੰ ਦੂਜਾ ਨਹੀਂ ਸਮਝ ਸਕਦਾ। ਮੈਂ ਅੱਜ ਜਿਹੜੇ ਸ਼ਬਦ ਦੇ ਅਰਥ ਕਰ ਲੱਗੇ ਆਪਾਂ, ਕਿ ਮੈਂ ਫਿਰ ਬੇਨਤੀ ਕਰਾਂ ਆਪ ਜੀ ਨੂੰ ਕਹਿ ਰਿਹਾ ਕਿ ਮੇਰੇ ਅੰਦਰ ਵੀ ਕਦੀ ਸਵਾਲ ਉੱਠਦਾ ਕਿ ਮੇਰਾ ਮਨ ਕਿਵੇਂ ਭਿੱਜ ਜਾਏ, ਮੇਰਾ ਮਨ ਕਿਵੇਂ ਅੰਦਰ ਦੀ ਮੈਲ ਦਾ ਨਾਸ ਹੋ ਜਾਏ। ਕਿਉਂਕਿ ਇਹ ਸਵਾਲ ਤਾਂ ਉੱਠੇਗਾ ਜੇ ਅੰਦਰ ਜਗਿਆਸਾ ਹੈ। ਜੇ ਜਗਿਆਸਾ ਨਹੀਂ ਗੁਰਮੁਖੋ, ਇਹ ਸਵਾਲ ਦੇ ਪੈਦਾ ਹੋਣ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ। ਜਗਿਆਸਾ ਹੈ ਤਾਂ ਹੈ, ਪਰ ਇਹ ਜਗਿਆਸਾ ਪੁੱਛਦਾ ਬੰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਸਾਰੀ, ਬੜੇ ਕੱਲ ਮੈਂ ਕਰਜ਼ ਕੀਤੀ ਸੀ, ਮੈਂ ਫਿਰ ਇੱਥੇ ਭਾਈ ਸਾਹਿਬ ਬੈਠਿਆ, ਸਾਰੇ ਤੁਸੀਂ ਵਿਦਵਾਨ ਗੁਰਮੁਖ ਤੁਹਾਡੇ ਕੋਲ ਨੇ। ਮੈਂ ਕਹਿੰਦਾ ਜਿਵੇਂ ਸਮਾਂ ਮਿਲਦਾ ਨਾ ਸਹਿਜ ਪਾਠ ਕਰਨ ਦਾ ਮੌਕਾ ਮਿਲ ਜਾਏ ਇੱਥੇ, ਮੈਂ ਰਿਪੀਟ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਸਵਾਲ ਨੇ ਤੇ ਹਜ਼ਾਰਾਂ ਸਵਾਲਾਂ ਦੇ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਜੇ ਉਹਨਾਂ ਸਵਾਲਾਂ ਨੂੰ ਇਕੱਠਿਆਂ ਕਰਕੇ ਉੱਤਰ ਵਾਰਤਕ ਦੇਣ ਦੀ ਲੋੜ ਨਹੀਂ। ਮੈਂ ਅੱਜ 2-3 ਬੇਨਤੀਆਂ ਕਰਾਂਗਾ। ਅੱਜ ਵੀ ਪ੍ਰਸ਼ਨ ਹੈ, ਪ੍ਰਸ਼ਨੋਤਰੀ ਅੱਜ ਦਾ ਸ਼ਬਦ। ਜੇ ਉਹਨਾਂ ਪ੍ਰਸ਼ਨਾਂ ਨੂੰ, ਤੁਕਾਂ ਨੂੰ ਨੋਟ ਕਰ ਲਿਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭ ਕੇ ਉਹਦੇ ਉੱਤਰ ਦਿੱਤੇ ਜਾਣ, ਹਜ਼ਾਰਾਂ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੈਦਾ ਹੋਣਗੇ, ਪਰ ਉਹ ਪ੍ਰਸ਼ਨ ਨੈਗੇਟਿਵ ਨਹੀਂ ਹੋਣਗੇ, ਉਹ ਪ੍ਰਸ਼ਨ ਅੰਦਰ ਨੂੰ ਤੋੜਨ ਵਾਲੇ ਨਹੀਂ ਹੋਣਗੇ। ਸਤਿਗੁਰੂ ਆਪ ਹੀ ਅੱਜ ਪ੍ਰਸ਼ਨ ਕਰ ਰਿਹਾ, ਕਿਹੜਾ ਸਾਧ ਬੈਠਾ ਜੀ ਉੱਥੇ? ਹਜ਼ੂਰ ਪੁੱਛ ਰਹੇ ਨੇ, ਸਾਧੋ ਕੌਣ ਜੁਗਤ ਅਬ ਕੀਜੈ। ਹੁਣ ਕਿਹੜਾ ਤਰੀਕਾ ਅਪਣਾਈਏ ਜਿਹਦੇ ਨਾਲ ਸਾਡੀ ਭੈੜੀ ਮਤ ਦਾ ਨਾਸ ਹੋ ਜਾਏ ਤੇ ਸਾਡਾ ਮਨ ਬਾਣੀ 'ਚ ਭਿੱਜ ਜਾਏ? ਇਹੀ ਸਾਡੇ ਸਵਾਲ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖਿਓ, ਅਸੀਂ ਕੁਝ ਪ੍ਰਸ਼ਨ ਦੇਖਾਂਗੇ। 1-2-3 ਸ਼ਬਦ ਮੈਂ ਲੈਣੇ ਨੇ, ਕਿਉਂਕਿ ਚੰਗੀ ਗੱਲ ਹੈ ਜਗਿਆਸਾ ਰੱਖ ਕੇ, ਪਿਆਸ ਰੱਖ ਕੇ ਪ੍ਰਸ਼ਨ ਪੁੱਛਣੇ। ਕਿਉਂਕਿ ਪ੍ਰਸ਼ਨ ਪੁੱਛਣ ਦਾ ਵੀ ਅੰਤਰ ਹੈ ਨਾ। ਕਈ ਬੰਦੇ ਇੰਟਰਵਿਊ ਲੈਣ ਲਈ ਪੁੱਛਦੇ ਆ ਤੇ ਸਵਾਲ ਹੀ ਇੱਕੋ ਹੀ ਚੁੱਕੀ ਫਿਰਦੇ ਆ, ਕਈ ਸਾਲਾਂ ਦਾ ਇੱਕੋ ਹੀ ਸਵਾਲ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਮੈਨੂੰ ਯਾਦ ਹੈ ਫਰੀਮਾਉਂਟ ਕਥਾ ਕਰਦੇ ਆ, ਇੱਕ ਬਜ਼ੁਰਗ ਸਨ, 13 ਸਾਲ ਮੈਂ ਇੱਕੋ ਹੀ ਸਵਾਲ ਸੀ ਤੇ ਮੈਨੂੰ ਪਤਾ ਲੱਗ ਜਾਂਦਾ ਸੀ ਇਹਨਾਂ ਪ੍ਰਸ਼ਨ ਪੁੱਛਣਾ ਹੈ। ਤੇ ਮੈਂ ਨਿਮਰਤਾ ਸਹਿਤ ਕਹਿ ਦਿੰਦਾ, ਬਾਪੂ ਜੀ ਮੈਂ ਉਹੀ ਸਵਾਲ ਕਰਨੀ। ਬਾਪੂ ਜੀ ਇਸ ਤਰ੍ਹਾਂ ਇੱਕ ਵਾਰੀ ਉਹ ਕਥਾਵਾਚਕ ਚ ਫਿਰ ਮਿਲ ਗਿਆ ਇਹੋ ਜਿਹਾ, ਉਹ ਥੋੜਾ ਜਿਹਾ ਆਪੋ ਆਪਣਾ ਸੁਭਾਅ ਹੁੰਦਾ। ਉਹਨਾਂ ਜਦੋਂ ਕੁਐਸਚਨ ਕੀਤਾ, ਜੀ ਮੇਰਾ ਇਹ ਸਵਾਲ ਹੈ, ਉਹ ਕਹਿੰਦਾ ਮੈਨੂੰ ਵੀ ਤੁਸੀਂ 5 ਸਾਲਾਂ ਤੋਂ ਪੁੱਛਿਆ। ਕਹਿੰਦਾ ਉਮਰ ਕਿੰਨੀ ਹੋ ਗਈ? ਕਹਿੰਦੇ 70। ਕਹਿੰਦੇ ਤੁਸੀਂ ਬੋਨਸ ਜੀਂਦੇ ਹੋ, ਭਗਤੀ ਕਰਿਆ ਕਰੋ, ਸਵਾਲ ਨਾ ਕਰਿਆ ਕਰੋ। ਗੱਲ ਮੈਨੂੰ ਥੋੜੀ ਜਿਹੀ ਲੱਗੀ ਵੀ ਇੱਕ ਸਵਾਲ ਹੈ ਜਗਿਆਸਾ ਲਈ, ਇੱਕ ਸਵਾਲ ਹੈ ਅਗਲੇ ਨੂੰ ਨੀਵਾਂ ਦਿਖਾਉਣ ਦੇ ਲਈ। ਯਾਦ ਰੱਖਿਓ, ਜਗਿਆਸਾ ਵਾਲਾ ਸਵਾਲ, ਉਹਦਾ ਉੱਤਰ ਬੰਦੇ ਕੋਲ ਨਾ ਵੀ ਹੋਵੇ ਤੇ ਉਹਦਾ ਉੱਤਰ ਜ਼ਰੂਰ ਲੱਭ ਕੇ ਦੇਗਾ। ਅਪਮਾਨਿਤ ਕਰਨ ਵਾਲੇ ਸਵਾਲ ਦਾ ਉੱਤਰ ਕਦੀ ਨਹੀਂ ਮਿਲਦਾ, ਕਿਉਂਕਿ ਜਦੋਂ ਵਿਰੋਧੀ ਬਣ ਕੇ ਵਿਰੋਧ ਕਰੋ ਉਦੋਂ ਉੱਤਰ ਨਹੀਂ ਮਿਲਦਾ। ਸੁਹਿਰਦ ਬਣ ਕੇ ਵਿਰੋਧ ਕਰੋ ਤੇ ਉਹਦੇ ਵਿੱਚੋਂ ਕੋਈ ਚੰਗਾ ਕੰਮ ਨਿਕਲਦਾ। ਮੇਰੀ ਫਿਰ ਬੇਨਤੀ ਸੁਣਿਓ, ਚੰਗੀ ਆਪੋਜੀਸ਼ਨ ਹੋਵੇ, ਜੇ ਹਰ ਕੰਮ ਤੇ, ਫਿਰ ਮੈਂ ਲਫ਼ਜ਼ ਵਰਤਿਆ, ਵਿਰੋਧੀ ਬਣ ਕੇ ਵਿਰੋਧ ਕਰਨਾ ਨੁਕਸਾਨ ਹੈ। ਚੰਗੀ ਉਸਾਰੂ ਬਿਰਤੀ ਨੂੰ ਲੈ ਕੇ ਗੱਲ ਕਰਨੀ ਉਹ ਫਾਇਦਾ ਹੈ। ਭਾਈ ਸਾਹਿਬ ਵੀਰ ਸਿੰਘ ਕਹਿੰਦੇ ਸਨ ਨਿੰਦਿਆ ਮੂਰਖ ਬੰਦਾ ਕਰਦਾ ਹੁੰਦਾ ਹੈ। ਬਾਣੀ ਦੀ ਤੁਕ ਲਈ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਤੇ ਨੁਕਤਾ ਚੀਨੀ ਹਮੇਸ਼ਾ ਸਿਆਣਾ ਬੰਦਾ ਕਰਦਾ ਹੁੰਦਾ। ਨਿੰਦਿਆ ਤੇ ਨੁਕਤਾ ਚੀਨੀ 'ਚ ਫਰਕ ਹੈ। ਲਫ਼ਜ਼ ਸੁਣਿਓ, ਨਿੰਦਾ ਤਾਂ ਜਿਹਨੂੰ ਮਰਜ਼ੀ ਕਹੋ, ਕੁਝ ਵੀ ਨਹੀਂ ਪੜਿਆ। ਆ ਭਾਈ ਸਾਹਿਬ ਕੀਰਤਨ ਕਰਨ, ਕਥਾ ਕਰਨ, ਤੁਸੀਂ ਪ੍ਰਬੰਧ ਕਰੋ, ਜਿਹੜਾ ਬੰਦਾ ਘਰੋਂ ਹੀ ਭਰਿਆ ਆਇਆ ਚੇਤੇ ਰੱਖਿਓ ਉਹਨੇ ਫੈਰ ਸਾਰੇ ਇੱਥੇ ਕਰਨੇ ਨੇ ਆ ਕੇ, ਕਿਉਂਕਿ ਉਹਨੂੰ ਸਮਝ ਕੋਈ ਨਹੀਂ। ਨੁਕਤਾ ਚੀਨ ਦਾ ਅਰਥ ਹੁੰਦਾ ਇੱਕ ਚੀਜ਼ ਨੂੰ ਲੈ ਕੇ ਉਹਦੀ ਪੜਚੋਲ ਕਰਨੀ। ਨੁਕਤੇ ਸਿਆਣੇ ਚੀਨਦੇ ਹੁੰਦੇ ਆ, ਨਿੰਦਿਆ ਮੂਰਖ ਤੋਂ ਮੂਰਖ ਕਰਦੇ ਹੁੰਦੇ ਆ। ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਕਿ ਸਵਾਲ
ਕਿਉਂਕਿ ਅੱਜ ਪ੍ਰਸ਼ਨ ਹੈ, ਸਵਾਲ ਕਰਨ ਲਈ ਵੀ ਅਕਲ ਹੁੰਦੀ ਹੈ। ਕਈ ਬੰਦੇ ਨੇ ਸਵਾਲ ਸਿਰ ਵਿੱਚ, ਸਾਡਾ ਇਹ ਸਵਾਲ ਹੈ ਜੀ, ਉਹ ਵਿਚਾਰੇ ਪੜੇ ਪੜਾਏ ਪਿੱਛੋਂ ਹੁੰਦੇ ਆ। ਜਿਹਨੇ ਸਵਾਲ ਪੈਦਾ ਕੀਤਾ ਹੁੰਦਾ ਹੈ ਨਾ, ਉਹ ਨਹੀਂ ਸਾਹਮਣੇ ਆਉਂਦਾ। ਉਹਨੂੰ ਪਤਾ ਵੀ ਇਸ ਬੰਦੇ ਦੀ ਚੱਲਦੀ, ਇਹਨੂੰ ਗੁਰਦੁਆਰੇ ਘੱਲੋ, ਉਹਨੂੰ ਕਹਿ ਦਿੰਦੇ ਆ ਵੀ ਆਹ ਸਾਡਾ ਸਵਾਲ ਏ, ਇਹਦਾ ਉੱਤਰ ਮੰਗ ਕੇ ਲਿਆਈ। ਉਹ ਵਿਚਾਰਾ ਸਵਾਲ ਕਰ ਬੈਂਦਾ ਤੇ ਆਪਣਾ ਤੇ ਸਵਾਲ ਹੈ ਨਹੀਂ, ਕਿਉਂਕਿ ਮੈਂ ਫਿਰ ਕਿਹਾ ਸਵਾਲ ਵਾਸਤੇ ਅਕਲ ਚਾਹੀਦੀ ਹੈ, ਆਪਣਾ ਪ੍ਰਸ਼ਨ ਨਹੀਂ। ਕਿਸੇ ਨੇ ਪ੍ਰਸ਼ਨ ਦਿੱਤਾ, ਪੁੱਛਣ ਆ ਗਿਆ ਅੱਗੋਂ, ਕਈ ਵਾਰੀ ਉਹੀ ਵਿਚਾਰਾ ਸ਼ੇਖ ਸਾਦੀ ਕਹਿੰਦਾ ਸ਼ਿਕਾਰ ਕਰਨ ਵਾਲਿਆ, ਹਰ ਝਾੜੀ 'ਚ ਹੱਥ ਨਾ ਪਾਈ, ਖਰਗੋਸ਼ ਦੀ ਥਾਂ ਤੇ ਕਿਤੇ ਚੇਤੇ ਰੱਖੀ ਬਘਿਆੜ ਵੀ ਮਿਲ ਸਕਦਾ ਹੈ। ਕਈ ਵਾਰੀ ਸਵਾਲ ਕਰਨ ਵਾਲੇ ਖਰਗੋਸ਼ ਨੂੰ ਫੜਦੇ ਆ, ਤੇ ਜਦੋਂ ਕਿਤੇ ਅੱਗੋਂ ਬਘਿਆੜ ਟੱਕਰ ਜਾਂਦਾ ਹੈ, ਫਿਰ ਭੱਜਣ ਨੂੰ ਰਾਹ ਕੋਈ ਨਹੀਂ ਲੱਭਦਾ। ਮੇਰੀ ਬੇਨਤੀ ਸਮਝ ਗਏ ਤੁਸੀਂ? ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸਵਾਲ ਹੈ, ਅੱਜ ਪ੍ਰਸ਼ਨ ਹੈ। ਗੁਰੂ ਗ੍ਰੰਥ ਸਾਹਿਬ 'ਚ ਪ੍ਰਸ਼ਨ ਨੇ ਬੜੇ ਬੇਅੰਤ ਪ੍ਰਸ਼ਨ ਨੇ। ਅੱਜ ਵੀ ਇੱਕ ਪ੍ਰਸ਼ਨ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਸੁਣਿਓ, ਹਜ਼ੂਰ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਕਿ ਕਿਹੜਾ ਤਰੀਕਾ, ਕਿਵੇਂ ਮਨ ਟਿਕੇ ਤੇ ਕਿਵੇਂ ਸਾਡਾ ਅੰਦਰ ਭਿੱਜ ਜਾਏ ਤੇ ਭੈੜੀ ਮੱਤ ਦਾ ਨਾਸ਼ ਹੋ ਜਾਏ। ਹੁਣ ਕਮਾਣਾ ਅਸੀਂ ਇਹ ਮੈਂ ਹੈ, ਆਪ ਜੀ ਨੇ ਹੈ। ਗੁਰੂ ਗ੍ਰੰਥ ਸਾਹਿਬ 'ਚ ਕੁਝ ਪ੍ਰਸ਼ਨ ਅਸੀਂ ਲੈਂਦੇ ਹਾਂ, ਇਹਦੇ ਨਾਲ ਮਿਲਦੇ ਜੁਲਦੇ। ਲਾਲਨ ਰਾਵਿਆ ਕਵਨ ਗਤੀ ਰੀ, ਇੱਥੇ ਗਤੀ ਦਾ ਅਰਥ ਤਰੀਕਾ ਜਾਂ ਕਿਸ ਢੰਗ ਨਾਲ। ਲਾਲਨ ਦਾ ਅਰਥ ਹੈ ਪ੍ਰਮਾਤਮਾ ਵਾਹਿਗੁਰੂ। ਲਾਲਨ ਰਾਵਿਆ, ਰਾਵਿਆ ਦਾ ਅਰਥ ਹੈ ਮਾਣਿਆ। ਕਿ ਇਹ ਇੱਕ ਸੁਹਾਗਣ ਸਵਾਲ ਕਰ ਰਹੀ ਭੈਣੇ ਕਿ ਤੇਰੇ ਚਿਹਰੇ ਤੇ ਜਿਹੜੀ ਲਾਲੀ ਹੈ, ਤੇਰੇ ਜੀਵਨ ਦੇ ਵਿੱਚ ਜਿਹੜੀ ਰੂਹਾਨੀ ਸੁਗੰਧੀ ਹੈ, ਮੈਨੂੰ ਇੱਕ ਗੱਲ ਦੱਸ, ਤੈਨੂੰ ਪਿਆਰਾ ਪਰਮਾਤਮਾ ਮਿਲਿਆ ਕਿਵੇਂ ਹੈ? ਲਾਲਨ ਰਾਵਿਆ ਕਵਨ ਗਤੀਰੀ, ਕਿਸ ਤਰੀਕੇ ਨਾਲ ਤੂੰ ਮਾਣਿਆ? ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਸਾਧੋ ਕੌਣ ਜੁਗਤ ਅਬ ਕੀਜੈ, ਉੱਥੇ ਗੁਰੂਦੇਵ ਕਹਿ ਰਹੇ ਨੇ ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੈ ਮਤੀਰੀ। ਹੇ ਭੈਣੇ ਮੈਨੂੰ ਦੱਸ, ਇਹ ਮਤ, ਇਸ ਮਤ ਦੇ ਕਿਵੇਂ ਮਾਣਿਆ? ਸੋਹਬ ਸੋਹਬ ਸੋਵੀ, ਸੋਹਬ ਦਾ ਅਰਥ ਲਾਲੋ ਲਾ, ਤੇਰਾ ਚੋਲਾ ਰੰਗਿਆ ਹੋਇਆ, ਤੇਰਾ ਜੀਵਨ ਨਾਮ ਚ ਰਤਿਆ ਹੋਇਆ। ਸੋਹਬ ਸੋਹਬ ਸੋਵੀ, ਆਪਣੇ ਪ੍ਰੀਤਮ ਕੈ ਰੰਗ ਰਤੀ ਰਾਓ, ਤੂੰ ਆਪਣੇ ਪਿਆਰੇ ਵਾਹਿਗੁਰੂ ਦੇ ਰੰਗ ਚ ਰਤੀ ਹੈ। ਪਰ ਮੇਰਾ ਇੱਕ ਸਵਾਲ ਹੈ ਕਿ ਮੈਂ ਵੀ ਤੇਰੇ ਵਰਗੀ ਹਾਂ, ਮੇਰੇ ਤੇ ਨਾਮ ਦਾ ਰੰਗ ਕਿਉਂ ਨਹੀਂ ਚੜ੍ਹਦਾ? ਮੈਨੂੰ ਉੱਤਰ ਦੇ। ਦੇਖੋ ਪ੍ਰਸ਼ਨ ਹੈ, ਤੇ ਪ੍ਰਸ਼ਨ ਉਸਾਰੂ ਬਿਰਤੀ ਵਾਲਾ ਹੈ। ਲਾਲਨ ਰਾਵਿਆ ਕਵਨ ਗਤੀਰੀ, ਸੁਖੀ ਸਖੀ ਬਤਾਓ ਮੁਝੇ ਮਤੀਰੀ, ਸੋਹਬ ਸੋਵ ਸੋਵੀ, ਆਪਣੇ ਪ੍ਰੀਤਮ ਕੇ ਰੰਗ ਰਤੀ। ਅੱਗੇ ਹੈ ਪਾਉ ਮਲੋਮੂ ਸੰਗ ਨੈਣ ਪਤੀਰੀ, ਜਾਂ ਪਠਾਵੋ ਜਾਉ ਤਤੀਰੀ। ਏਡੀ ਵੱਡੀ ਜਿਗਿਆਸਾ ਹੋਵੇ ਸਵਾਲ ਕਰਨ ਵਾਲੇ ਵਿੱਚ। ਫਿਰ ਇਹਨਾਂ ਲਫ਼ਜ਼ਾਂ ਦੇ ਅਰਥ ਸੁਣਿਓ। ਪਾਵ ਮਲੋਮੂ ਸੰਗ ਨੈਣ ਪਤੀਰੀ, ਮੈਂ ਕਹਿੰਦਾ ਆਹ ਹੈ ਜਿਗਿਆਸਾ ਰੱਬ ਨੂੰ ਪਾਉਣ ਦੀ, ਅਪਮਾਨਿਤ ਕਰਨ ਦੀ ਨਹੀਂ। ਕਹਿ ਰਹੇ ਨੇ ਮੇਰੀਏ ਭੈਣੇ, ਲੋਕੀ ਪੈਰ ਧੋਂਦੇ ਨੇ ਪਾਣੀ ਨਾਲ ਤੇ ਸਾਫ਼ ਕਰਦੇ ਨੇ ਕੱਪੜੇ ਨਾਲ। ਸੱਚੀ ਇਹ ਵੇ ਜਿਹੜੀ ਤੇਰੇ ਅੰਦਰ ਰੂਹਾਨੀਅਤ ਦੀ ਬਖਸ਼ਿਸ਼ ਹੈ, ਮੇਰਾ ਦਿਲ ਕਰਦਾ ਮੈਂ ਆਪਣੀਆਂ ਅੱਖਾਂ ਦੀ ਜਿਹੜੇ ਚਿਮਣੀਆਂ ਨੇ ਨਾ, ਪੋਪਟੇ ਨੇ, ਅੱਖਾਂ ਦੇ ਪਾਣੀ ਨਾਲ ਤੇਰੇ ਪੈਰ ਧੋਵਾਂ ਤੇ ਮੈਂ ਇਹਨੂੰ ਸਾਫ਼ ਵੀ ਆਪਣੀਆਂ ਉੱਪਰ ਵਾਲੀਆਂ ਚਿਮਣੀਆਂ ਦੇ ਨਾਲ ਕਰਾਂ। ਆਹ ਹੈ ਜਿਗਿਆਸਾ। ਪਾਉ ਮਲੋਮੂ ਸੰਗ ਨੈਣ ਪਤੀਰੀ। ਫਿਰ ਮੈਂ ਬੇਨਤੀ ਕਰਾਂਗਾ, ਇਹ ਸ਼ਬਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੁਨਿਆਵੀ ਕਵਿਤਾ ਨਹੀਂ, ਤੇ ਉਸ ਸਤਿਗੁਰਾਂ ਦਾ ਰੂਹਾਨੀ ਗਿਆਨ ਹੈ ਜਿਹੜੇ ਪਰਮਾਤਮਾ ਵਿੱਚ ਅਭੇਦ ਨੇ। ਪਾਉ ਮਲੋਮੂ ਸੰਗ ਨੈਣ ਪਤੀਰੀ, ਜਹਾਂ ਪਠਾਵੋ ਜਾਉ ਤਤੀਰੀ, ਮੈਂ ਤੇਰੇ ਪੈਰ ਧੋਵਾਂਗੀ ਅੱਖਾਂ ਦੇ ਨੀਰ ਨਾਲ, ਸਾਫ਼ ਕਰਾਂਗੀ ਚਿਮਣੀਆਂ ਨਾਲ। ਤੂੰ ਮੈਨੂੰ ਇੱਕ ਵਾਰੀ ਜ਼ਬਾਨ ਤੋਂ ਹੁਕਮ ਕਰ, ਕਿੱਥੇ ਜਾਣਾ ਹੈ? ਮੈਂ ਦਿਨ ਰਾਤ ਕੁਝ ਨਹੀਂ ਦੇਖਾਂਗੀ, ਮੈਂ ਉੱਥੇ ਹੀ ਜਾਵਾਂਗੀ, ਪਰ ਮੈਨੂੰ ਇੱਕ ਉੱਤਰ ਦੇ ਦੇ। ਲਾਲਨ ਰਾਵਿਆ ਕਵਨ ਗਤੀਰੀ, ਪਰਮਾਤਮਾ ਤੈਨੂੰ ਕਿਵੇਂ ਮਿਲਿਆ? ਅੱਗੇ ਹੈ ਜਪ ਤਪ ਸੰਯਮ ਦਿਉ ਜਤੀਰੀ। ਵਾਹ ਵਾਹ। ਫਿਰ ਬੇਨਤੀ ਸੁਣਿਓ, ਜਿੰਨਾ ਅੱਜ ਤੱਕ ਮੈਂ ਕਮਾਈ ਕੀਤੀ, ਇਹਦਾ ਮਤਲਬ ਰੂਹਾਨੀਅਤ ਦੇ ਖਜ਼ਾਨੇ ਵਾਲਾ ਜਿਹੜਾ, ਉਹਦੇ ਕੋਲ ਬੜੀ ਬਖਸ਼ਿਸ਼ ਹੈ। ਜਿੰਨਾ ਮੈਂ ਅੱਜ ਤੱਕ ਜਪ ਕੀਤਾ, ਜਿੰਨਾ ਮੈਂ ਤਪ ਕੀਤਾ, ਜਿੰਨੇ ਮੈਂ ਇੰਦਰੇ ਸਾਧੇ ਨੇ, ਸਾਰੀ ਦੀ ਸਾਰੀ ਕਮਾਈ ਦਾ ਤੇਰੇ ਸਾਹਮਣੇ ਮੱਥਾ ਟੇਕ ਦਿੱਤਾ। ਮੈਨੂੰ ਇੱਕ ਵਾਰੀ ਦੱਸ ਪਾ,
तेरे ते नाम दा रंग किवें चढ़िया है। जप तप संयम देऊं जति, जप तप संयम ते जत शब्द उत्थे सतगुरु ने जति भी वरत्या। जिन्ने मैं जप कीते, इहदा मतलब किसी गुरमुख रूह तो प्रश्न पुछण तो पहला अपनी साधना की जिहड़ी पंड खौमे दी चुक्की बैठा उहदा मत्था टेक दे। जे तू कह मैनू पता है, मैनू इस गल की समझ है, मैं सब कुछ जानना, इत्थे फिर मैं बेनती करांगा शब्द नूं ध्यान नाल सुनियो। लालन राविया कवन गतीरी, सखी बतावो मुझे मतीरी, सोभ सोभ शिव सोही अपने प्रीतम कै रंग रती, पाँव मलोमो संग नैन पतीरी, जां पठावो जाओ ततीरी, जप तप संयम देहूं जतीरी, एक निमख मिलावो मोहे प्राण पतीरी। हुण बिथ बेनती है, एक अख झमकन जितना समा तेरी चलदी मैनू प्राणा दा पति मिला तां दे, मैनू साईं मिला दे, एक निमख मिलावो प्राण पतीरी। अगे फिर उन्होंने ने उत्तर पता की दिता, कहन लगी भैने तू एडे अदब भरे शब्द कह, तू जप तप संयम सब कुछ इन्नी निमरता। कहन लगी बस नुकता इको ही हा, मान तान अंग बुत हतीरी। आज उत्तर सारे सवालों का, जेड़ा तेनू ये मान चंबड़िया दुनियावी पदार्थां दा मान, जप दा मान, तप दा मान, गुरमुखो कहंदे ने एक तान जिन्नू आ तू विखाना पिया मेरे कोल बड़ी ताकत। कहन लगे ताकत दा हंकार छड्ड दे ते जिन्ने कर्म तू रूहानी कीते ने सूक्ष्म खौमे नू त्याग दे, ते तेनू दस दियां साईं तेरा अज ही बुक्कल विचों प्रगट हो जाएगा। ਇਹਦਾ मतलब प्रश्नोत्तरी है ना। मान तान अंग बुत हतीरी, सा नानक सुहाग वतीरी, वो ही सुहागन है जिन्हें तान मान नू छड़ दिता। फिर एक थोड़ा जिहा होर की, मैं अपनी गल नहीं कर रहा, मेरा जीवन जे नहीं उच्चा, ਇਹਦਾ मतलब ये नहीं कि जे उच्चे जीवन वाला है तो उसकी गल करनी बंद कर दीए। फिर बेनती है, सच कि इबादत वाले को इन्नी ताकत है, उन्होंने प्रश्न करे तो सच्ची मुच्ची वो जोड़ सके कि वो इन्नी समर्था बिल्कुल है। एक मैं आप जी नूं चलो साखी भी हो जाएगी, आप शब्द रहना शब्द की विचार विच ही है। भाई गुरदास साहब जी की जिहदी 10वीं ते 11वीं वार है ना, ये दोनों वारां जिहड़ियां ने हिस्टरी नाल संबंधित ने, इतिहास नाल। उंज वैसे पहली वार जिहड़ी है वो भी गुरु नानक साहिब दा, ये मैं कई वारी सोचना जे सब तो पहला कावक रूप विच मेरे सतगुरां दा किसी जीवन लिखिया ते पौड़ियां दे रूप विच भाई गुरदास साहिब ने लिखिया। सतगुरु नानक प्रगटिया मिट्टी धुंध जग चानन हुआ, सारे वो उदासियां दा जिक्र किया है। उंज जिहड़ी हिस्टरी है ये 3 शब्द याद रखने वाले ने। इतिहास किन्ना किन्ना पड़ावां विचों निकल के, जां हिस्टरी किन्ना पड़ावां चों निकल के आधुनिक युग का रूप धारण करदी। जिवें आधुनिक सब तो पहला हुंदियां ने बातां, बात साखी का रूप धारण कर जाती है, ते साखी जिहड़ी है उन्होंने फिर चंगी तरह पड़चोल के हिस्टरी का रूप धारण कर। वैसे है इतिहास ही सारा, आपनू पता होवे पुराने समय हुण नहीं कोई कहंदे सन बातां पाइए, कोई एक बात बुधार च हुंदी सी, एक बात सी कि रब की गल करिए, बात बतावे कोई। बाणी च शब्द बड़ी बारी आए। जदों गुरु नानक साहब महाराज गया, जिन्ना जिन्ना सिखां नूं मिले, जेड़े जेड़े उदों बाद सिख आए, वो फिर कहंदे सन कोई बात सुनाओ बाबा जी दी। उत्थे जिहड़ी बातां सन वो बातां ऐसता ऐसता साखी का रूप धारण कर गई। साखी दा अर्थ गवाही भी है, तो साखी दा अर्थ साक्षी सिक्ख्या भी है। अज जो मर्जी कोई कही जाए फलाना ग्रंथ भी माड़ा, फलानी साखी भी माड़ी, याद रखियो आधुनिक युग विच जिहड़े साइंटिफिक तरीके नाल इतिहास लिखण लगे आ, वो इस गल नूं भुल्लण ना। जे बात सी ते साखी बनी, जे साखी बनी तो अज साखी विचों हिस्टरी निकलती पई, अपने पल्ले तो कुछ भी नहीं सी पहले, उन्होंने शिंगार के आप पेश कर दिता ना भी ये इतिहास बन गया। मैं आपनू बेनती करा, उहदे विच भाई गुरदास साहिब जी की जिहड़ी वार है उस विच उन्होंने एक जगह ते जिक्र किया। मैं बेनती करांगा बच्चे नूं जे पकड़ लोगे तो बहुत चंगा होना है।
क्योंकि संगत सारी का ध्यान उधर जा रहा है। बेनती है तुहाडे चरनां 'च निम्रता सहित। उत्थे वेखो एक आ प्रश्न है ते उहदा उत्तर भी है। वो पंजाबी दियां सतरां ने जी। भगत नामदेव जी परमेश्वर की बंदगी करते हैं ते उन्हां कोल तरलोचन नामी बाणियां हुंदा है। एक तां तरलोचन भगत ने ना, उन्हां दा मित्र तरलोचन हुंदा है ते सिमरन विच दोनों इकट्ठे बैठते हैं, इबादत विच दोनों इकट्ठे बैठते हैं ते सिमरन तो बाद इबादत तो बाद जां आत्म चिंतन शब्द वरतो अजकल का, उस तो बाद नामदेव फिर उस सर्व व्यापक भगवान दियां वाहिगुरू दियां गाथावां सुणांदा है। मैं फिर आप नूं बेनती करां, संगत विच मत्था इक्को जिहा टेकिया जा सकदा है, चौंकड़ा इक्को जिहा मारिया जा सकदा है, जबान तो शब्द का उच्चारण इक्को जिहा हो सकदा है, पर अंदर दी साधना ते अंदर दी सुरत सब दी इक्को जी नहीं हुंदी। पंजाबी सीधी गल जी, किसी नूं मां स्वादी ते किसी नूं बादी, एक शब्द वरतने हुंने आपां पेंडू जिहा। किसी नूं बाणी दी गल बड़ी चंगी लगदी है, कोई कहंदा किहड़ियां गल्लां करी जांदे आ। देखो हुण अनुभव अपना अपना है। इत्थों तक कई बारी मापियां दे घर जन्म लैण वाली संतान का अनुभव मापियां तो कई गुणा ज़्यादा हुंदा है। आत्मा उन्हां दी किन्नी कोई सफर करदी आई। हुण दोनों जने इबादत करते हैं, फिर विषय तो दूर नहीं जाना। साधो कौन जुगत अब कीचै। नामदेव फिर वो सारियां साखियां सुणांदे आ जां अनुभव की गल दसदे आ, क्योंकि गुरु ग्रंथ साहिब विच नामदेव वो बाणीकार ने जिहड़े सखियात रब दे दीदार करके गुरमुखो रब दे नाल गल्लां करदे। सखियात एक बार मैं इत्थे अर्थ करदियां क्या सी, तू कुन रे मैं जी नामा। थोड़े जे अर्थ मैं इत्थे करदियां चेंज कर दिते सन, मैं फिर रिपीट कर देना। पिंदी उबकले संसारा भ्रम भ्रम आए तुम चे द्वारा। चे लफ्ज मराठी का है। पिंदी उबकले संसारा, जिमें खूह दियां टिंडां आपां देखते हैं डुबदियां ने, निकलदियां ने, फिर खाली हुंदियां ने। कहते परमात्मा खूह दे टिंडां की तरह जन्म लिया, सवास भांडा खाली होया, फिर दोबारा चले गए। अज संजोग है कि इस टिंडां की तरह भटकदियां भटकदियां तेरे दर ते आ गए। अगे जिहड़ा पाठ है वह है तू कुन रे मैं जी नामा। इस तरह पर मैं जी सेंटेंस पूरा है, नामा मैं जी दे नाल नहीं। मैं जी जदों पूरा हो जाता है, दो डंडियां विच ये फिकरा खत्म है, नामा वखरा है। सब ने अर्थ ही किए मैं जी नामा। मैं अर्थ च दावा नहीं करांगा, पर एक दिन पाठ करदे आ जे मैं जी नामा अर्थ होवे, तू कुनरे इकट्ठा है, मैं जी नामा, फिर नामा वखरा क्यों? ये शब्द इकट्ठा चाहिए मैं जी नामा नहीं। ये अर्थ इंज कीते कि जिवें कोई बजुर्ग बाहरों घर हुंदा है जां घर दा जी बाहरों कोई हुंदा है ते वो दरवाज़ा खड़कांदा है, जां बच्चा घर हुंदा है दरवाज़ा खड़कांदा है, ते खड़ाक आवाज़ जिहड़ा है वो घर बैठे बजुर्ग के कान चला जाता। वो अंदर बैठा बाहर नहीं निकलिया, सिर्फ खड़ाक सुनाई दिता। वो आवाज़ दे के पुछदा वो केड़ा है, कौन है तू? ते जेड़ा परिवार का जी दरवाजा लंघ के आ रहा उन्हें अपना नाम नहीं लेंदा, वो इको गल कहंदा जी बापू जी मैं हाँ। ते बापू नूं आवाज़ का पता अगों उत्तर दिंदा फलाना सिंह है, कहंदा हाँ जी मैं ही हाँ। हुण इहदे अर्थ जे इंज कीते जाण, तू कुन रे तू कौन है? परमेश्वर पूछ रहे हैं तू कौन है? अगों उत्तर मिलता है मैं जी मैं हाँ जी मैं हाँ। ते परमेश्वर आवाज दे के कहते नामा नामदेव है, कह लगे हो जी हाँ जी हाँ मैं ही हाँ। मैं फिर बेनती करांगा कि ये गुरु ग्रंथ साहिब की बाणी
कोई आम शब्द वरतीए भी कवियां दी ਜਾਂ छंदाबंदी लिख के ध्यान दिया जे गुरमुखो मेरे हल हथ जोड़ के तुहानू सनिमर बेनती है। हजूर सच्चे पातशाह महाराज जी ने शब्द वरतिया कि तरलोचन ते नामदेव रोज बैठते आ। नामदेव सिमरन तो बाद अनुभव दसदा है, वो सच्ची मुच्ची अंदर दे चलकारे दसदे ने। तरलोचन जग्यासा लैके कहंदा भी बहिंदे इकट्ठे आ, थां भी इक्को जिहा, रोटी तू भी इक्को खाना है, तू मैनू बहन तो बाद ठंडा शांत ते गल्लां सुनाना, मेरे अंदर क्यों नहीं कुछ वरतदा, मेरा अंदर ते टिकदा नहीं। ते अगली गल फिर एक दिन मन जग्यासा भर के तरला लैके कहंदा है, जिस दियां बातां तू सुनाना ओनू कह खा मेरे ते भी मेर कर जाए। यह है रूहानियत मित्रता, एक है सत संगत। एक होर बेनती, एक है फिजिकल तौर पर नेड़े रहना। गुरमुखो एक होर संगत है, तुसी फिजिकल तौर पर भावें एक दूजे तो हज़ारां माइल्स दूर बैठे होवो, जदों सुरत अपने नाल मिलदी होवे सच्ची मुच्ची दूर रहिंदे भी सतसंगी बन जाते हैं। ये जिहदे ते बख्शिश होवे। उन्होंने क्या भी मेरे नाल क्यों नहीं गल हुंदी, जदों ने जिग्यासू बन के प्रश्न किया तो सच्ची मुच्ची उत्थे भाई साहब लिख दिया कि ठाकुर नूं नामदेव ने पूछया कि तरलोचन का प्रश्न है, कट्ठे बैठने आ, कट्ठे सिमरन करने आ, जो तुसी मेरे अंदर प्रसाद वरतांदे पे हो, बख्शिश कर रहे हो, ओहदे तो क्यों नहीं। अगों उत्तर मिलिया, वो अपनी सुरत च सौदे करदा मेरे नाल। देखो सुरत तो दूजे दी है। मैं जो इस पौड़ी नूं अज दोबारा पढ़िया तो मैं तां कहा भी ये अज जग्या गुरु तेग बहादुर साहब का प्रश्न रूहानी प्रश्न है। भाई साहब जी लिख दिया, दर्शन वेखण नाम दिओ भलके उठ तरलोचन आवे। ये सीधे अर्थ ने नामदेव का दर्शन कर ली, वेखण लई, उत्ते वेखणी शब्द वरतिया, दर्शन कर ली। तरलोचन रोज अमृत वेले हुंदा है। दर्शन वेखण नाम दिओ भरके उठ तरलोचन आवे, भगत करन मिल दोए जने। सीधे अर्थ हो गए ना, दोनों भगती करते आ। नाम दिओ हर चलत सुनावे। नामदेव भगती तो बाद उस वरतारे नूं जो उन्हां दे अंदर वरत रहा है उन्होंने सुनांदा है। ते तरलोचन कहंदा मेरी भी कर बेनती, दर्शन देखा जे तिस भावै। मैं ताज बेनती की गुरमुखो, एवें इबादत वालियां दी निंदिया ना करिए। पता नहीं केड़ी जुड़ी हुई रूह ने एक शब्द क्या ते साडा मन टिक भी सकता है। वो कहते मेरी भी कर बेनती, दर्शन देखा जे तिस भाव है। मेरी बेनती कर, मैं उहदे दर्शन कर सकना। इन्ने दिन हो गए तेरे कोल आउना पिया। अगे कहते ठाकुर जी नूं पुछियोस, पुछियोस दा अर्थ उसने पूछया, नामदेव जी ने पूछया, ठाकुर जी नूं पुछियोस दर्शन किवें तरलोचन पावे, कि वह भी दर्शन कर सकता। हुण मैं फिर आपनूं बेनती करांगा, जे फिजिकल तौर पर शरीरक वरतारा दिसदा हुंदा ते तरलोचन दी अखां नहीं खुलियां। नहीं गुरमुखो, रूहानियत नूं एवें बच्चियां वाली खेड समझ के खंडन ना करिए। इत्थे सक्के प्यो पुत्र सन। हरनाक्ष का खून प्रहलाद विच, प्रहलाद हरनाक्ष का खून, एक दूजा की मत दोनों तो विपरीत है, उल्ट पे चलते हैं। ठाकुर जी नूं पुछियोस दर्शन किवें तरलोचन पावे। अगे फिर भाई साहब लिखते हैं, हस के ठाकुर बोलिया तुस तरलोचन मैं मुंह लावे। फिर बेनती है कि मैं त्रुठ के मुंह ला सकना, पर जे गिनतियां मिनतियां करोगे फिर नहीं। तुस तरलोचन मैं मुंह लावे, खौ अधीन खां भगत दे। ओदे कर्म नहीं अजे, ओदी सुरत नहीं निर्मल, ओदा अंदर नहीं टिकिया, पर तू मैनू करना है प्यार, मेरी तेरी सांझ वखरी है। चेते रखी, जे तू कहेगा तेरे लिए मिल सकना, क्योंकि जे तू वादा करके आए मैं तेनू कदी झूठिया नहीं पैन दे सकता। फिर बेनती इबादत वाला, इसे करके भगत जी ने क्या बचन पढ़ने कि परमात्मा की भगती बदो की ना होड़ मादो मोस्यों, ठाकुर ते जन जन ते ठाकुर खेल परियो है तोशो। उस विच ये शब्द कहे
ਹਉ ਅਧੀਨ ਖਾਂ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਦਾਵੈ। ਅੱਗੇ ਕਹਿੰਦੇ ਹੋਏ ਵਿਚੋਲਾ ਆਣ ਮਿਲਾਵੇ। ਹੁਣ ਆਹ ਪ੍ਰਸ਼ਨ ਨੇ ਅੱਜ ਕਿ ਸਾਨੂੰ ਕਿਵੇਂ ਮਨ ਟਿਕੇ, ਕਿਵੇਂ ਜਗਿਆਸਾ। ਮੈਂ ਆਪ ਨੂੰ ਇੱਕ ਹੋਰ 2 ਬਚਨ ਅਸੀਂ ਹੋਰ ਲਾਂਗੇ ਕਿਉਂਕਿ ਅੱਗੇ ਉੱਤਰ ਇਸ ਦਾ ਮਿਲ ਜਾਣਾ। ਮੈਂ ਰਹਾਉ ਦੀ ਤੁਕ ਤੇ ਤਾਂ ਰੁਕ ਜਾਣਾ ਵੀ ਕਥਾ ਰਹੀ ਸਭ ਕੁਝ ਅੰਦਰ ਆ ਜਾਏ, ਫਿਰ ਅਰਥ ਹੋਰ ਵੀ ਸੌਖੇ ਹੋ ਜਾਂਦੇ ਨੇ ਕਰਨੇ। ਇੱਕ ਸਤਿਗੁਰਾਂ ਦਾ ਸ਼ਬਦ ਕਹੇ, ਗੁਰੂ ਰਾਮਦਾਸ ਜੀ ਦਾ ਪ੍ਰਸ਼ਨ ਕਹੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਇਹ ਪ੍ਰਸ਼ਨ ਕਹੇ ਕਿ ਰਸ ਦੁਨੀਆ 'ਚ ਬੜੇ ਨੇ ਪਰ ਨਾਮ ਰਸ ਅੰਮ੍ਰਿਤ ਕਹੇ। ਅਤ ਦਾ ਚੰਗਾ, ਏਦੂ ਚੰਗਾ ਰਸ ਕੋਈ ਹੈ ਹੀ ਨਹੀਂ। ਵੇਖੋ ਮੈਂ ਬੇਨਤੀ ਕਰਨਾ ਹੁੰਨਾ, ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਏਡੀ ਵੱਡੀ ਸਿੱਖਿਆ ਦਾ ਇੱਕ ਕਿਤਾਬ ਬਣ ਸਕਦੀ ਹੈ ਹਰ ਬੰਦੇ ਦੀ। ਕੇਵਲ ਇਹ ਨਹੀਂ ਕਿ ਜਿਹੜੇ ਮਸ਼ਹੂਰ ਨੇ ਉਹਨਾਂ ਦੀ, ਜਿਹੜੇ ਆਮ ਬੰਦੇ ਨੇ ਵਿਚਰਨ ਵਾਲੇ, ਉਹਨਾਂ ਦੀ ਜ਼ਿੰਦਗੀ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਜੇ ਕਿਤੇ ਨੋਟ ਕਰੀ ਜਾਣ, ਸੱਚੀ ਮੁੱਚੀ ਉਹਨਾਂ ਦੀ ਕਿਤਾਬ ਹੀ ਉਹਨਾਂ ਦੇ ਖਾਨਦਾਨ ਵਾਸਤੇ ਚਾਨਣ ਮੁਨਾਰਾ ਬਣ ਸਕਦੀ ਹੈ। ਹਰ ਬੰਦੇ ਦੀ ਜ਼ਿੰਦਗੀ 'ਚ ਇਹ ਕੁਝ ਹੁੰਦਾ ਹੈ। ਹੁਣ ਅਸੀਂ ਸਾਰੇ ਚਾਹੁੰਦੇ ਹਾਂ ਵੀ ਔਗਣ ਖਤਮ ਹੋ ਜਾਣ। ਇਹ ਸਾਰੇ ਜਦੋਂ ਹੁਣ ਕਈ ਵਾਰੀ ਔਗਣਾਂ ਨੂੰ ਵੀ ਬਲੈਕਮੇਲ ਕੀਤਾ ਜਾਂਦਾ ਹੈ, ਔਗਣਾਂ ਨੂੰ ਵੀ। ਜੇ ਮੰਨ ਲਓ ਜਿਵੇਂ ਕੌਮੀ ਮਸਲੇ ਨੇ ਕਈ ਜਾਂ ਔਕਾਟਾਂ ਨੇ, ਕਈ ਵਾਰੀ ਬੰਦਾ ਇੰਨਾ ਕੁ ਸਟੇਜ ਤੇ ਕਲਪਦਾ ਹੈ, ਥੱਲੇ ਬੈਠਾ ਵੀ ਕਲਪਣ ਲੱਗ ਪੈਂਦਾ ਹੈ। ਉਹਦੇ ਮਨ 'ਚ ਇਹ ਗੱਲ ਪੈਦਾ ਕਰਨੀ ਚਾਹੁੰਦਾ, ਮੇਰੇ ਤੋਂ ਵੱਡਾ ਦਰਦ ਕਿਸੇ ਸੀਨੇ 'ਚ ਹੈ ਹੀ ਨਹੀਂ। ਅਕਸਰ ਵੇਖਣ ਨੂੰ ਮਿਲਦਾ ਹੈ। ਮੈਂ ਸਿਰਫ ਸਾਰੇ ਦਰਦ ਨੂੰ ਸਾਂਭੀ ਬੈਠਾ। ਇੱਕ ਤਰੀਕਾ ਇਹ ਹੈ ਕਿਸੇ ਦੇ ਔਗਣਾਂ ਨੂੰ ਭੰਡ ਕੇ ਯਤਨ ਕਰਨਾ, ਮੋੜਾ ਦਬਕੇ ਲਾਣੇ। ਸਿੱਧੀ ਗੱਲ, ਦਬਕੇ ਲਾ ਕੇ ਤੂੰ ਆ ਹੋ ਜਾਏਗਾ, ਆ ਹੋ ਜਾਏਗਾ। ਇੱਕ ਤਰੀਕਾ ਹੈ ਕਿ ਇੰਨੇ ਰੱਬ ਦੀਆਂ ਸਿਫਤਾਂ ਕਰੇ ਬੰਦਾ ਗੁਰੂ ਦੀਆਂ ਕਿ ਬੰਦੇ ਨੂੰ ਦੂਜਾ ਪਾਸੇ ਹੀ ਭੁੱਲ ਜਾਓ, ਗੁਰੂ ਦੇ ਨੇੜੇ ਆ ਜਾਏ। ਠੀਕ ਹੈ ਨਾ ਜੀ। ਫਿਰ ਬੇਨਤੀ ਹੈ, ਇੱਕ ਬੰਦਾ ਮਾੜਾ ਹੈ, ਉਹ ਨੁਕਸਾਨ ਕਰ ਰਿਹਾ ਕੌਮ ਦਾ, ਫਿਰ ਬੇਨਤੀ ਚਾਹੇ ਉਹ ਡੇਰਾਦਾਰ 'ਚ ਕੋਈ ਵੀ ਹੋਵੇ, ਅਸੀਂ ਵਾਰ-ਵਾਰ ਉਹਦਾ ਜ਼ਿਕਰ ਕਰਕੇ ਉਹਦੇ 'ਚ ਆ ਵੀ ਔਗਣ, ਉਹਦੇ 'ਚ ਆ ਵੀ ਔਗਣ, ਆ ਵੀ ਔਗਣ, ਗੁਰਮੁਖੋ ਘੰਟਾ ਭਰ ਉਹਦੇ ਔਗਣਾਂ ਨੂੰ ਸੰਗਤ 'ਚ ਕਥਾ ਦੇ ਰੂਪ 'ਚ ਪੇਸ਼ ਕਰ ਰਹੇ ਆ। ਤੇ ਜੇ ਇਹ ਕਹਿਣ ਲੱਗ ਪਈਏ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਆ ਵੀ ਗੁਣ, ਮੇਰੇ ਗੁਰੂ ਨਾਨਕ ਸਾਹਿਬ 'ਚ ਆ ਵੀ ਗੁਣ, ਮੇਰੇ ਗੁਰੂ ਗੋਬਿੰਦ ਸਿੰਘ ਦਾ ਆ ਪਰਉਪਕਾਰ, ਮੈਂ ਕਹਿੰਦਾ ਘੰਟੇ ਤੋਂ ਬਾਅਦ ਉਹਦਾ ਨਾਂ ਲਓਗੇ ਨਾ, ਤੁਹਾਨੂੰ ਸਾਰੇ ਕਹਿਣ ਲੱਗ ਪੈਣਗੇ ਭਾਈ ਸਾਹਿਬ ਇੰਨਾ ਸੋਹਣੀ ਕਥਾ ਸੁਣਾਈ, ਨਾ ਕਿਦਾ ਲੈਣ ਲੱਗ ਪਏ। ਤਰੀਕਾ ਹੈ ਆਪਣੇ ਕੰਮ ਕਰਨ ਦਾ। ਹੁਣ ਇੱਥੇ ਗੁਰੂ ਸਾਹਿਬ ਨੇ ਸਵਾਲ ਕੀਤਾ, ਕਹਿੰਦੇ ਨੇ ਨਾਮ ਰਸ ਸਭ ਤੋਂ ਉੱਚਾ ਹੈ ਤੇ ਸੱਚੀ ਉੱਚਾ ਹੈ। ਦੁਨੀਆ ਦੇ ਕਿਸੇ ਵੀ ਰਸ ਦਾ ਮੁਕਾਬਲਾ ਨਾਮ ਰਸ ਨਾਲ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਕਾਮਕ ਬਿਰਤੀ ਦਾ ਰਸ ਵੀ ਉਹਦੇ ਮੁਕਾਬਲੇ ਤੁੱਛ ਹੈ। ਜਿਹਨੂੰ ਨਾਮ ਦਾ ਰਸ ਆ ਜਾਏਗਾ ਉਹ ਰਸ ਫਿਰ ਖਿੰਡਰ ਨਹੀਂ ਦਿੰਦਾ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਵਿਦ ਮਿਲੇ ਰਸ ਖਾਏ। ਕਿਹੜੇ ਤਰੀਕੇ ਨਾਲ ਰਸ ਮਿਲ ਸਕਦਾ ਜਿਹੜਾ ਉੱਤਮ ਹੈ? ਕਿਤ ਵਿਦ ਮਿਲੇ ਰਸ ਖਾਏ। ਅੱਗੇ ਕਹਿੰਦੇ ਜਾਏ ਪੁੱਛੋ ਸੁਹਾਗਣੀ ਸਾਧੋ ਕੌਣ ਜੁਗ ਤਬ ਕੀਜੈ। ਮੈਂ ਉੱਥੇ ਬੇਨਤੀ ਕਰ ਰਿਹਾ, ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ, ਕਿਵੇਂ ਮਿਲਿਆ? ਕਹਿਣ ਲੱਗੇ ਉਹ ਹਰ ਇੱਕ ਨੂੰ ਜਵਾਬ ਨਹੀਂ ਦਿੰਦੇ। ਉਹ ਬੇਪਰਵਾਹ ਨਾ ਭੁੱਲਣੀ, ਜਿਹਨੇ ਕਮਾਈ ਕੀਤੀ ਉਹਨੂੰ ਕੀ ਲੋੜ ਹੈ ਤਰਲੇ ਮਾਰਨ ਦੀ। ਉਹ ਬੇਪਰਵਾਹ ਨਾ ਬੋਲਣੀ, ਖੋ ਮਲਮਲ ਧੋਵਾ ਤਿਨ ਪਾਏ। ਜਿਹੜਾ ਅੱਗੇ ਕਿਹਾ ਨਾ, ਪਾਉ ਮਲੋਂ ਸੰਗ ਨੈਣ ਪਤੀਰੀ, ਖੋ ਮਲਮਲ ਧੋਵਾ ਤਿਨ ਪਾਏ। ਪਾਏ ਦਾ ਅਰਥ ਪੈਰ। ਅੱਗੇ ਕਹਿੰਦੇ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਕਿਉਂਕਿ ਰੂਹਾਨੀਅਤ ਦਾ ਖਜ਼ਾਨਾ ਹੈ, ਬਿਨਾਂ ਅਧਿਕਾਰੀ ਤੋਂ ਕਦੀ ਵੀ ਕਮਾਈ ਵਾਲਾ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰੇਗਾ। ਚਲੋ ਅਸੀਂ ਤਾਂ ਕਥਾ ਕਰਨੇ ਆ, ਜੋ ਲੱਭਿਆ ਚਲੋ ਸੁਣਾ ਦਿਓ। ਅੱਜ ਖਿਮਾ ਕਰਿਓ, ਬੰਦਗੀ ਕਰਨ ਵਾਲਾ ਭਾਂਡਾ ਵੇਖ ਕੇ ਵਸਤੂ ਪਾਉਂਦਾ ਹੈ, ਅਨ ਅਧਿਕਾਰੀ ਬੰਦੇ ਕੋਲ ਨਹੀਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੇਅੰਤ ਬਚਨ ਐਸੇ ਨੇ ਕਿ ਪਾਰਖੋਂ ਅੱਗੇ ਵਸਤ ਖੋਲ, ਬਿਨਾਂ ਪਾਰਖੋਂ ਤੋਂ ਬੇਕਦਰੀ ਹੋ ਜਾਏਗੀ। ਫਿਰ ਬੇਨਤੀ ਕਰਾ, ਇਹ ਵੀ ਇੱਕ ਸਵਾਲ ਹੈ। ਉਹਨਾਂ ਨੂੰ ਕਿਹਾ ਤੁਸੀਂ ਦੱਸੋ। ਉਹ ਬੇਪਰਵਾਹ ਨਾ ਬੋਲਣੀ, ਹਉ ਮਲਮਲ ਧੋਮਾ ਤਿਨ ਪਾਏ, ਗੁਰਮੁਖੀਆਂ ਸੁਹਾਗਣੀ
ਤਿਨ ਦਇਆ ਪਈ ਮਨ ਆਏ। ਜਦੋਂ ਵੇਖਿਆ ਵੀ ਇਹ ਜਗਿਆਸੂ ਵਾਕਈ ਇਹ ਮਸਨਵੀ ਦੀ ਰੂਮੀ ਦੀ ਮਸਨਵੀ ਹੈ। ਬੜੇ ਮੇਰਾ ਖਿਆਲ ਹੈ ਜਿੰਨੇ ਇਸ ਕਿਤਾਬ ਦੇ ਉਲੱਥੇ ਹੋਏ ਗੁਲਸਤਾਂ ਬੋਸਤਾਂ ਦੇ ਤੇ ਰੂਮੀ ਦੀ ਕਿਤਾਬ ਦੇ ਮਸਨਵੀ ਦੇ ਸ਼ਾਇਦ ਇਹਨੇ ਕਿਤੇ। ਹੁਣ ਮੈਂ ਇੱਕ ਵਾਰੀ ਇੱਥੇ ਥੋੜੀ ਸਾਖੀ ਸਾਂਝੀ ਕੀਤੀ ਸੀ। ਰੂਮੀ ਮੌਲਾਨਾ ਰੂਮ ਬਹੁਤ ਵੱਡਾ ਵਿਦਵਾਨ ਸੀ। ਆਮ ਬੰਦਾ ਉਹਦਾ ਵਿਦਿਆਰਥੀ ਨਹੀਂ ਸੀ ਬਣ ਸਕਦਾ। ਉਹਦਾ ਵਿਦਿਆਰਥੀ ਬਣਨ ਲਈ ਵੀ ਪੜ੍ਹਨਾ ਪੈਂਦਾ ਸੀ ਤੇ ਪੜ੍ਹਾ ਰਹੇ ਸਨ। ਇੰਨੀ ਦੇਰ ਨੂੰ ਸ਼ਮਸ ਤਬਰੇਜ਼ ਸਾਹਿਬ ਆ ਗਏ। ਇਹ ਇਸ ਘਟਨਾ ਨੂੰ ਵਿਦਵਾਨਾਂ ਨੇ ਵੱਖ-ਵੱਖ ਢੰਗ ਨਾਲ ਬਿਆਨ ਕੀਤਾ ਸੂਫੀਜ਼ਮ ਵਿੱਚ। ਉਹਨਾਂ ਨੇ ਹੱਥ 'ਚ ਕਿਤਾਬ ਪਕੜੀ ਰੂਮੀ ਨੇ ਤੇ ਪੜ੍ਹਾ ਰਿਹਾ ਹੈ ਮੌਲਾਨਾ ਰੂਮ। ਹਾਲਾਂਕਿ ਉਹ ਏਡਾ ਸਿਆਣਾ ਮਸਨਵੀ 'ਚ ਉਹ ਕਹਿੰਦਾ ਹੈ ਕਿ ਕੁਰਾਨ ਵਿੱਚ ਜਿੰਨਾ ਵੀ ਮਗਜ਼ ਸੀ ਉਹ ਸਾਰਾ ਮੈਂ ਕੱਢ ਕੇ ਮਸਨਵੀ 'ਚ ਪਾ ਦਿੱਤਾ ਹੈ। ਬਾਕੀ ਰਹਿਣ ਦਿੱਤੀਆਂ ਨੇ ਖੱਡੀਆਂ ਮੁਲਾਣਿਆਂ ਤੇ ਸ਼ਰਈ ਬੰਦਿਆਂ ਦੇ ਝੁੰਡਣ ਵਾਸਤੇ। ਲਓ ਸੁਣੋ, ਜੋ ਤੱਤ ਸੀ ਕਹਿੰਦਾ ਮੈਂ ਖਿੱਚ ਲਿਆ ਵਿੱਚੋਂ, ਉਹ ਮੈਂ ਆਪਣੀ ਮਸਨਵੀ 'ਚ ਪਾ ਦਿੱਤਾ ਹੈ। ਹੱਡੀਆਂ ਰਹਿਣ ਦਿੱਤੀਆਂ ਨੇ ਮੁਲਾਣੇ ਚੁੰਡੀ ਜਾਣ ਤੇ ਫਤਵੇ ਲਾਈ ਜਾਣ। ਇਹ ਹਾਲਤ ਧਰਮ ਗ੍ਰੰਥਾਂ ਦੀ ਹੁੰਦੀ, ਯਾਦ ਰੱਖਿਓ। ਰਸ ਲੈਣ ਵਾਲਾ ਰਸ ਲੈ ਜਾਂਦਾ, ਬਾਕੀ ਮੇਰੇ ਵਰਗਾ ਡਾਂਗੀ ਸਾਰੀ ਦਿਨ ਜ਼ਿੰਦਗੀ ਚੁੱਕੀ ਰੱਖਦਾ। ਉਹ ਮੌਲਾਨਾ ਰੂਮ ਪੜ੍ਹਾ ਰਿਹਾ ਸੀ ਤੇ ਸ਼ਮਸ ਤਬਰੇਜ਼ ਸਾਹਮਣੇ ਆ ਗਏ। ਵੇਖ ਕੇ ਹੱਸ ਪਏ, ਉੱਚੀ ਉੱਚੀ ਬਹੁਤ ਹੱਸੇ। ਮੌਲਾਨਾ ਰੂਮ ਨੇ ਮਹਿਸੂਸ ਕੀਤਾ ਵੀ ਮੇਰੀ ਬੇਇੱਜ਼ਤੀ ਦਾ ਅਪਮਾਨ ਹੈ ਤੇ ਸ਼ਮਸ ਤਬਰੇਜ਼ ਸਮਝ ਗਿਆ, ਕਹਿਣ ਲੱਗੇ ਕੀ ਹੈ? ਤੇ ਰੂਮ ਕਹਿੰਦਾ ਤੂੰ ਜਾ ਕੇ ਮੰਗ ਕੇ ਰੋਟੀਆਂ ਖਾ। ਇਹ ਉਹ ਵੇ ਜਿਹੜਾ ਤੇਰੇ ਬਾਰੇ ਤੂੰ ਜਾਣ ਨਹੀਂ ਸਕਦਾ ਕੀ ਬਲਾਕ ਹੈ। ਤਵਾਰੀ ਕਹਿੰਦੀ ਹੈ ਵੀ ਰੂਮ ਦੇ ਹੱਥ ਜਿਹੜੀ ਕਿਤਾਬ ਪਕੜੀ ਸੀ ਨਾ ਮੌਲਾਨੇ ਦੇ, ਅੱਗ ਲੱਗ ਗਈ ਉਹਨੂੰ। ਅੱਗ ਲੱਗ ਗਈ। ਉਹਨੇ ਆਈ ਸੱਟੀ ਕਿਤਾਬ। ਕਹਿੰਦਾ ਇਹ ਕੀ? ਕਹਿੰਦਾ ਤੂੰ ਵੀ ਸਾਰੀ ਜ਼ਿੰਦਗੀ ਕਾਲੇ ਅੱਖਰਾਂ ਨੂੰ ਢੋਈ ਜਾ, ਇਹ ਓਚ ਕਜੇ ਜਿਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ। ਫਿਰ ਮੌਲਾਨਾ ਰੂਮ ਸਭ ਕੁਝ ਛੱਡ ਕੇ ਕਿੰਨਾ ਸਮਾਂ ਤਬਰੇਜ਼ ਦੇ ਪਿੱਛੇ ਤੁਰਿਆ ਰਿਹਾ। ਜਦੋਂ ਦੇਖਿਆ ਵੀ ਬੰਦਾ ਅਧਿਕਾਰੀ ਹੈ, ਸੱਚ ਇਹ ਉਦੋਂ ਆਪਣੇ ਸੀਨੇ ਦਾ ਖਜ਼ਾਨਾ ਉਹਦੇ ਸੀਨੇ ਵਿੱਚ ਪਾ ਦਿੱਤਾ। ਇਹ ਤਾਂ ਇੱਕ ਮਜ਼ਾਕ ਜਾਨ ਕਿਵੇਂ ਰਾਮ ਮਿਲ ਸਕਦਾ, ਕਿਵੇਂ ਮਨ ਟਿਕ ਸਕਦਾ, ਜਿਵੇਂ ਇੰਟਰਟੇਨਮੈਂਟ ਦਾ ਸਾਧਨ ਬਣਾਈ ਬੈਠਿਆ ਸੀ। ਨਹੀਂ ਗੁਰਮਖੋ, ਇਸ ਸੀਨੇ 'ਚ ਉੱਠੇ ਕੋਈ ਦਰਦ ਵਿੱਚੋਂ ਸਵਾਲ ਨਿਕਲਦਾ ਹੈ। ਹੁਣ ਪ੍ਰਸ਼ਨ ਹੈ, ਰਸ ਅੰਮ੍ਰਿਤ ਨਾਮ ਰਸ ਅਤ ਬਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਵੇ ਪਰਵਾਹ ਨਾ ਬੋਲਣੀ ਹੋਂ ਮਲਮਲ ਧੋਵਾਂ ਤਿਨ ਪਾਏ। ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ। ਗੁਰੂ का बचन कीमती रतन है। मैं बेनती की, उसे प्रश्न का उत्तर मिल गया। अज सतगुरां ने यही प्रश्न किया है कि साधो कौन जुगत अब कीजै, जो आप पढ़ रहे हो। हे साधना वाले गुरमुखो भले पुरुषो, तुहाडी कमाई है, सानू दसो हुण किहड़ा तरीका, किहड़ी जुगत, किहड़ा वसीला करिए जिस नाल अंदर दी दुरमत दा नाश हो जाए, परमात्मा की भगती च अंदर भेज जाए। फिर थोड़ा जिहा सुनियो, एक है मत, एक है सुमत, एक है कुमत, एक है गुरमत, एक है मनमत, एक है दुरमत। सारे शब्द असीं मत लई वरतने। कुमत, समत, दुरमत, गुरमत। इत्थे मत नाल शब्द वरतिया नाल ला के दुरमत, इहदे लफ्जी अर्थ यही करने जे असीं भैड़ी मत, खोटी मत। मैं कल भी अर्ज की, मत दे बुद्धि दे कई पड़ाव ने। ये चंचल बुद्धि है, ये विवेक बुद्धि है, ये आत्म विषैणी बुद्धि है। ये ज्यों ज्यों असी जिंदगी के पड़ाव टपने ना उम्र दे, याद रखियो बुद्धि के पड़ाव ही त्यों त्यों बंदा अगे चली जाता। जे ते रब मेहर करे उहदी सोच फर्क पै जाता है। कई बारी कई साल पहला कीतियां हुई गल्लां जदों बंदे नूं अंदरों अकल आउंदी है, उन्हां गल्लां नूं चेते करके शर्मसार हो जाता है। अकल तां कदी वो भी सी। असल च मत की है? जिहड़ा लफ्ज वार वार मत आउंदा, मैं बड़ी वारी दी कथा कीती, क्योंकि मैं क्या अरदास विच सिखां दी अरदास दी अंतली मंग ए वे, नानक नाम चढ़दी कला तो पहला मंग ए वे, सिखां दा मन नीवा मत उच्ची।
ਮਤ ਸਾਡੇ ਜਿਵੇਂ ਮਨ ਦਿਸਦਾ ਨਹੀਂ, ਮਨ ਦਾ ਤੇ ਮਤ ਦਾ ਬੜਾ ਨੇੜੇ ਦਾ ਰਿਸ਼ਤਾ ਹੈ। ਜਿਹੜੀ ਮਤ ਹੈ ਉਹ ਮਨ ਦੀ ਨਿਗਰਾਨੀ ਕਰਦੀ ਏ, ਇਹਦਾ ਨਿਰੀਖਣ ਕਰਦੀ ਏ। ਮਨ ਤਾਂ ਜੋ ਆਉਂਦਾ ਪੈਦਾ ਕਰੀ ਜਾਂਦਾ, ਚੰਗਾ ਵੀ ਮੰਦਾ ਵੀ ਭੈੜਾ ਵੀ। ਮਨ ਫੁਰਨੇ ਖਿਆਲ ਪੈਦਾ ਕਰਦਾ ਹੈ। ਤੇ ਜੇ ਮਤ ਚੰਗੀ ਹੋਵੇ, ਮਤ ਉੱਤੇ ਗੁਰੂ ਹੋਵੇ, ਰੱਬ ਦਾ ਭੈ ਹੋਵੇ, ਮਤ ਕਦੀ ਵੀ ਮਨ ਦੇ ਖਿਆਲ ਨੂੰ ਕਰਮ ਨਹੀਂ ਬਣ ਦਿੱਤੀ। ਮਾੜਾ ਫੁਰਨਾ ਆਇਆ ਪਰ ਮਤ ਸੀ ਚੰਗੀ, ਉੱਚੀ ਮਤ ਸੀ, ਉਹਨੇ ਕਿਹਾ ਨਾ, ਇਹ ਗੁਰੂ ਨਹੀਂ ਕਹਿੰਦਾ, ਇਹ ਕੰਮ ਨਹੀਂ ਕਰਨਾ। ਜੇ ਪਿਆਰਿਓ ਦੁਰਮਤ ਹੋਵੇਗੀ ਨਾ, ਜੋ ਮਨ ਕਹੇਗਾ ਮਤ ਉਹਦੇ ਪਿੱਛੇ ਲਾ ਕੇ ਤੁਰੀ ਫਿਰੇਗੀ। ਇਹਨੂੰ ਕਬੀਰ ਜੀ ਨੇ ਕਿਹਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗਾ ਨਿਤ ਭੇਡ। ਭੇਡ ਦਾ ਲੇਲਾ ਹੁੰਦਾ। ਮੈਂ ਇੱਕ ਵਾਰੀ ਕਿਹਾ ਸੀ, ਉਲਟੀ ਖੇਡ ਵਾਪਰ ਗਈ, ਭੇਡ ਲੇਲੇ ਨੂੰ ਚੁੰਗਦੀ ਪਈ ਏ। ਇਹਦਾ ਮਤਲਬ ਭੇਡ ਦਾ ਅਰਥ ਹੈ ਮਤ ਤੇ ਲੇਲਾ ਦਾ ਅਰਥ ਹੈ ਮਨ। ਕਹਿੰਦੇ ਚਾਹੀਦਾ ਇਹ ਸੀ ਕਿ ਮਤ ਗੁਰੂ ਪਿੱਛੇ ਤੁਰਦੀ ਤੇ ਇਹਦੇ ਪਿੱਛੇ ਮਨ ਚੱਲਦਾ। ਇੱਥੇ ਉਲਟੀ ਖੇਡ ਹੋ ਗਈ ਜੀ। ਅੱਗੇ ਵਿਕਾਰ ਤੁਰੇ ਜਾਂਦੇ ਆ, ਪਿੱਛੇ ਮਤ ਤੁਰੀ ਜਾਂਦੀ, ਉਹਦੇ ਪਿੱਛੇ ਮਨ ਦੌੜਿਆ ਜਾਂਦਾ। ਇਹ ਭੇਡ ਤੁਰੀ ਫਿਰਦੀ ਹੈ ਲੇਲੇ ਨੂੰ ਚੁੰਗਦੀ। ਹੁਣ ਇਹ ਜਿਹੜੀ ਦੁਰਮਤ ਹੈ, ਗੁਰਮੁਖੋ ਸਿੱਧੀ ਜੀ ਗੱਲ, ਜੇ ਮਨ ਨਹੀਂ ਟਿਕਦਾ ਤੇ ਨਾਲ ਦੁਰਮਤ ਹੈ। ਇਕੱਲਾ ਮਨ ਨਹੀਂ ਕਦੀ ਭਟਕਦਾ ਹੁੰਦਾ। ਭਾਈ ਸਾਹਿਬ ਨੇ ਕਿਹਾ, ਦੁਰਮਤ ਦੁਬਦਾ ਭਰਮਟ ਹੈ ਚਤਰਕੁੰਠ। ਭਾਈ ਗੁਰਦਾਸ ਸਾਹਿਬ ਨੇ, ਜਿੰਨੀ ਭੈੜੀ ਬੁੱਧੀ ਹੋਵੇਗੀ, ਮਤ ਹੋਵੇਗੀ। ਇਸੇ ਕਰਕੇ ਤੁਸੀਂ ਬੱਚਿਆਂ ਨੂੰ ਜਾਂ ਕਿਉਂ ਸਾਰੇ ਜ਼ੋਰ ਦਿੰਦੇ ਹੋ? ਕਿਉਂਕਿ ਸਿਆਣੇ ਬਜ਼ੁਰਗ ਸਾਡੇ ਕਹਿੰਦੇ ਸਨ, ਗਵਾਂਢ ਦਾ ਰੂਪ ਨਹੀਂ ਆਉਂਦਾ, ਮਤ ਆ ਜਾਂਦੀ ਹੈ। ਉਹ ਮਤ ਨੁਕਸਾਨ ਕਰਦੀ। ਦੁਰਮਤ ਦਾ ਅਰਥ ਭੈੜੀ ਮਤ, ਹਰ ਗੱਲ ਉਲਟੀ, ਖੋਟੀ ਬੁੱਧੀ, ਚੰਗੇ ਨੂੰ ਵੀ ਪੁੱਠਾ ਸੋਚਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਕਰਕੇ ਤਰਲਾ ਮਾਰਿਆ, ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਖੋ, ਭਗਵਾਨ ਵੈਗੁਰੂ ਰੱਖ ਲੈ ਦੁਰਮਤ ਛਾਂ। ਇੱਥੇ ਸਤਿਗੁਰੂ ਕਹਿ ਰਹੇ ਨੇ, ਜਾਤੇ ਦੁਰਮਤ ਸਗਲ ਵਿਨਾਸ਼ ਹੈ। ਸਾਧੂ ਦੱਸੋ, ਇਹ ਦੁਰਮਤ ਦਾ ਨਾਸ ਹੋ ਜਾਏ। ਰਾਮ ਭਗਤ ਮਨ ਭੀਜੈ, ਮਨ ਭਿੱਜ ਜਾਏ। ਇੱਥੇ ਮੈਂ ਥੋੜੇ ਜਿਹੇ ਇੱਕ ਦੋ ਬੇਨਤੀ ਕਰਕੇ, ਕਈ ਵਾਰੀ ਜ਼ਬਾਨ ਵੈਗੁਰੂ ਬੋਲਦੀ ਏ, ਕੀਰਤਨ ਕੰਨ ਸੁਣਦੇ ਨੇ, ਅੰਦਰ ਵਾਲਾ ਕੋਰੇ ਦਾ ਕੋਰਾ ਸੁੱਕਾ ਪੱਥਰ ਦੀ ਤਰ੍ਹਾਂ ਰਹਿੰਦਾ, ਭਿੱਜਦਾ ਕੋਈ ਨਹੀਂ ਨਾ। ਇਹ ਗੁਰੂ ਸਾਹਿਬ ਬੜਾ ਗਹਿਰਾ ਪ੍ਰਸ਼ਨ ਕਰ ਰਿਹਾ, ਭਿੱਜੇ ਕਿਵੇਂ? ਕੱਲ ਪਰਸੋਂ ਉੱਥੇ ਆਇਆ ਸੀ ਪਾਹਨ, ਜਲ ਮੈਂ ਭੇਜਦਾ ਨਾ ਕੀ, ਪੱਥਰ ਪਿਆ ਹੈ, ਨਹੀਂ ਭਿੱਜਦਾ ਪਿਆ। हे ਸਤਿਗੁਰੂ ਕਿਵੇਂ ਭਿੱਜ ਜਾਈਏ? ਹਾਂ, ਇਹ ਵੀ ਇੱਕ ਅਵਸਥਾ ਹੈ। ਭਿੱਜਦਾ ਵੀ ਉਹਨਾਂ ਦਾ ਅੰਦਰ ਹੈ ਜਿਨ੍ਹਾਂ ਅੰਦਰ ਪ੍ਰੇਮ ਸ਼ਿਖਰ ਤੇ ਆ। ਪਹਿਲਾ ਇਹ ਮਹਾਰਾਜ ਦਾ ਛੰਦ ਹੈ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੁਵੀਨਾ, ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੋ ਭਿੰਨਾ ਸ਼ਬਦ ਵਰਤਿਆ। ਤੇ ਗੁਰੂ ਰਾਮਦਾਸ ਜੀ ਨੇ ਆਪਣਾ ਤਜਰਬਾ ਦੱਸਿਆ। ਕਹਿੰਦੇ ਮੇਰੀਆਂ ਅੱਖਾਂ ਜਿਹੜੀਆਂ ਨੇ ਭਿੱਜੀਆਂ ਨੇ ਪਿਆਰੇ ਦੇ ਨਾਮ ਵਿੱਚ, ਮੇਰਾ ਮਨ ਵੀ ਭਿੱਜ ਗਿਆ, ਤਨ ਵੀ ਭਿੱਜ ਗਿਆ। ਕਿਉਂਕਿ ਭਿੱਜਣ ਵਾਸਤੇ ਵੀ ਅੰਦਰੋਂ ਗ੍ਰਾਹਕਤਾ ਚਾਹੀਦੀ ਏ। ਇੱਕ ਉਹ ਕੱਪੜਾ ਅੱਜ ਕੱਲ੍ਹ ਦੀ ਨਜ਼ਰਾਂ 'ਚ, ਇੱਕ ਸੂਤੀ ਕੱਪੜਾ ਮੈਂ ਪਾਇਆ ਹੈ, ਜਿੰਨੀਆਂ ਕਣੀਆਂ ਪੈਣਗੀਆਂ ਸਾਰੇ ਕੱਪੜੇ ਦੀਆਂ ਤੰਦਾਂ ਭਿੱਜ ਜਾਣਗੀਆਂ। ਇੱਕ ਮੈਂ ਵਾਟਰਪ੍ਰੂਫ ਕੱਪੜਾ ਪਾਇਆ, ਜਿੰਨਾ ਮਰਜ਼ੀ ਮੀਂਹ ਪੈ ਜਾਏ ਭਿੱਜਣਾ ਕੁਛ ਵੀ ਨਹੀਂ। ਇੱਥੇ ਹਜ਼ੂਰ ਕਹਿ ਰਹੇ ਨੇ ਅੰਦਰ ਭਿੱਜ ਜਾਏ, ਕਿਤੇ ਨੇਤਰ ਭਿੱਜ ਜਾਣ। ਤੇ ਸੱਚ ਇਹ ਵੇ, ਇਹ ਜਿਹਦੇ ਤੇ ਮੇਰ ਹੋਵੇ ਅੱਗੇ ਉੱਤਰ ਮਿਲੇਗਾ। ਅੱਗੇ ਰਹਾਓ ਅੱਗੇ ਹੈ। ਫਿਰ ਇੱਕ ਇਹ ਸਵਾਲ ਹੈ, ਮਨ ਮਾਇਆ ਮੈਂ ਉਰਜ ਰਹਿਓ ਹੈ। ਅਗਲੀ ਤੁਕ, ਮਨ ਸਾਡਾ ਮਨ ਜਿਹੜਾ ਹੈ ਉਹ ਮਾਇਆ ਦੇ ਵਿੱਚ ਉਲਝਿਆ ਹੋਇਆ ਹੈ, ਉਹਦੇ ਵਿੱਚ ਪ੍ਰਵਿਰਤ ਹੈ। ਮਨ ਮਾਇਆ ਮੈਂ ਉਰਜ ਰਹਿਓ ਹੈ, ਬੂਝੈ ਨਹਿ ਕੱਛ ਗਿਆਨਾ। ਇੱਥੇ ਗਿਆਨਾਂ ਦਾ ਅਰਥ ਕਰਾਂਗੇ ਰੂਹਾਨੀਅਤ ਦਾ ਗਿਆਨ ਹਾਸਲ ਕਰਨ ਵਾਲਾ। ਇੰਨਾ ਕੁ ਮਨ ਮਾਇਆ 'ਚ ਪ੍ਰਵਿਰਤ ਹੋ ਗਿਆ ਹੈ, ਇਹਨੂੰ ਸਪਿਰਿਚੁਅਲ ਗਿਆਨ ਬਾਰੇ ਪਤਾ ਹੀ ਕੋਈ ਨਹੀਂ। ਤੇ ਸੱਚੀ ਮੁੱਚੀ ਬੇਹੋਸ਼ੀ ਜਿੰਦਾ ਪਿਆ, ਸੁੱਤਾ ਹੋਇਆ ਜੀ ਰਿਹਾ। ਕਦੀ ਅੰਦਰੋਂ ਖਿਆਲ ਉੱਠੇ ਹੀ ਨਹੀਂ ਕਿ ਮੈਂ ਆਇਆ ਕਾਸ ਵਾਸਤੇ ਆ। ਬੂਝਤ ਨਹੀਂ, ਮਹਾਰਾਜ ਕਹਿੰਦੇ ਨੇ ਕਿ ਬੂਝੈ ਨਾ ਕੱਛ ਗਿਆਨਾ। ਤੇ ਇੰਨਾ ਕੁ ਉਲਝਿਆ। ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਪ੍ਰਮਾਣ ਦਿੰਦੇ ਨੇ, ਮੈਂ ਬੜੀ ਵਾਰੀ ਦਿੱਤੇ ਹੈ ਕਿ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹਿਨ ਮੀਤ,
ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਜਿਵੇਂ ਮੂਰਤੀ ਚਿੱਤਰੀ ਹੋਵੇ ਦੀਵਾਰ ਤੇ ਦੀਵਾਰ ਨੂੰ ਨਹੀਂ ਛੱਡਦੀ। ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਜੀ ਗੁਰਮੁਖੋ ਸਾਧੋ, ਇਹ ਮਨ ਵੀ ਉਲਝ ਗਿਆ ਮਾਇਆ ਵਿੱਚ। ਮਨ ਮਾਇਆ ਮੈਂ ਉਲਝ ਰਿਓ ਹੈ, ਬੂਝੈ ਨਹਿ ਕਛ ਗਿਆਨਾ। ਇਹ ਕੋਈ ਗਿਆਨ ਨਹੀਂ ਸੁਣਦਾ, ਸਿਮਰਨ ਵਾਲੀ ਗੱਲ ਨਹੀਂ ਸੁਣਦਾ। ਇਹ ਵੀ ਸੱਚ ਜੇ, ਬੰਦੇ ਬੜੇ ਮਿਲਦੇ ਆ। ਬਾਬਾ ਜੀ ਨੇ ਕਿਹਾ, ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਖਤ ਕੀ ਬਿਦ ਨੈਨੂ ਡੀਠੀ। ਨਾਮ ਸੁਣਦਿਆਂ ਸਾਰ ਅੰਦਰ ਅੱਗ ਜੀ ਜਿਵੇਂ ਲੱਗ ਜਾਏ। ਇਹ ਵੀ ਤਾਂ ਬਦਕਿਸਮਤੀ ਹੈ ਨਾ ਜੀ, ਕਿ ਰੱਬ ਦਾ ਨਾਮ ਨਾ ਚੰਗਾ ਲੱਗਣਾ। ਮੈਂ ਕਹਿੰਦਾ ਮਿਲੇ ਨਾ ਮਿਲੇ, ਘੱਟੋ ਘੱਟ ਪਿਆਰਾ ਤਾਂ ਲੱਗੇ। ਭਾਈ ਮਨਸੁਖ ਬਾਰੇ ਕਿਹਾ ਜਾਂਦਾ ਹੈ ਕਿ ਲਾਹੌਰ ਗਏ। ਮੈਂ ਇੱਕ ਵਾਰੀ ਸਾਂਝੀ ਕੀਤੀ ਸੀ ਵੀ ਹਜ਼ੂਰ ਨੇ ਕਿਹਾ ਸੀ ਤੇਰੇ ਕੋਲ ਲਾਹੌਰ ਆਵਾਂਗੇ। ਚਲੇ ਗਏ, ਰਾਵੀ ਪਾਰ ਕੀਤੀ, ਤੇ ਕੁਝ ਮਹੀਨੇ ਬਾਅਦ ਉਹ ਬਿਰਹਾ ਜਦੋਂ ਤੇਜ਼ ਹੋਇਆ ਤੇ ਰੋਜ਼ ਆਉਣਾ, ਸੋਚਣਾ ਵੀ ਇਸ ਪੂਰ ਵਿੱਚ, ਇਸ ਬੇੜੀ ਦੇ ਪੂਰ 'ਚ ਬਾਬਾ ਜੀ ਆਉਣਗੇ। ਆਉਣਾ, ਵਪਾਰੀ ਪੁੱਤਰ ਸੀ, ਆਪਣੇ ਜਹਾਜ਼ ਚੱਲਦੇ ਸਨ। ਮੈਂ ਪਿਛਲੇ ਦਿਨ ਇੱਕ ਹੋਰ ਵੀ ਬੇਨਤੀ ਕੀਤੀ, ਹੁਣ ਜਦੋਂ ਕੋਈ ਸੱਚੀ ਸੁੱਚੀ ਕਿਰਤ ਕਰਦਿਆਂ ਅਰਬਾਂ ਖਰਬਾਂ ਪਤੀ ਹੋ ਜਾਏ ਤੇ ਆਪਾਂ ਨਹੀਂ ਮੁਕਾਬਲਾ ਕਰ ਸਕਦੇ ਤੇ ਉਹਦੀ ਨਿੰਦਿਆ ਨਾ ਕਰੀਏ। ਇਹਨੂੰ ਤੇ ਮਾਇਆ ਨੇ ਠੱਗ ਲਿਆ, ਇਹਦੇ ਮਾਇਆ ਨੇ ਛਲ ਲਿਆ। ਮੇਰੇ ਮਨ 'ਚ ਉਦਣ ਆਇਆ ਵੀ ਮਨਸੁਖ ਆਉਂਦਾ ਹੈ, ਭਾਈ ਸਾਹਿਬ ਬੈਠੇ ਆ, ਉਹਦੇ ਜਹਾਜ਼ ਚੱਲਦੇ ਨੇ ਲੰਕਾ ਤੱਕ। ਉਹਨੂੰ ਨਹੀਂ ਕਿਹਾ ਤੂੰ ਸਭ ਕੁਝ ਵੰਡ ਦੇ, ਤੇਰੀ ਕਮਾਈ ਪਾਪਾਂ ਦੀ। ਸੱਜਣ ਨੂੰ ਕਹਿੰਦੇ ਨੇ ਜੋ ਕੁਝ ਇਕੱਠਾ ਕੀਤਾ ਵੰਡ ਦੇ ਤਾਂ ਨਾਮ ਚੱਲੇਗਾ। ਮਨਸੁਖ ਨੂੰ ਕਿਉਂ ਨਹੀਂ ਕਿਹਾ ਤੇਰੇ ਤੇ ਜਹਾਜ਼ ਚੱਲਦੇ ਪਏ? ਇਹਦਾ ਮਤਲਬ ਉਹਦੀ ਕਿਰਤ ਪਾਪਾਂ ਦੀ ਨਹੀਂ। ਪਾਪ ਦੀ ਕਿਰਤ ਹੀ ਕੀਰਤੀ ਨਹੀਂ ਕਰਨ ਦਿੰਦੀ। ਸੱਜਣ ਠੱਗ ਨੂੰ ਕਹਿੰਦੇ ਨੇ, ਦੁਨੀ ਚੰਦ ਨੂੰ ਕਹਿੰਦੇ ਨੇ ਲੁਟਾ ਦੇ ਸਭ ਕੁਝ। ਭਾਈ ਮਨਸੁਖ ਨੂੰ ਨਹੀਂ ਕਹਿੰਦੇ ਤੂੰ ਸਭ ਕੁਝ ਲੁਟਾ ਦੇ। ਇਹਦਾ ਮਤਲਬ ਇਹ ਨਹੀਂ ਕਿ ਗੁਰਦੇਵ ਦੌਲਤ ਦਾ ਵਿਰੋਧੀ ਨਹੀਂ। ਗੁਰਦੇਵ ਦੌਲਤ ਕਿਸ ਬਿਰਤੀ ਨਾਲ ਇਕੱਠੀ ਕੀਤੀ ਗਈ ਉਹਦੀ ਗੱਲ ਕਰ ਰਹੇ ਹਾਂ। ਇੱਥੇ ਫਿਰ ਮੈਂ ਬੇਨਤੀ ਕਰਾਂਗਾ ਕਿ ਫਿਰ ਇਸ ਸ਼ਬਦ ਨੂੰ ਕਿ ਕੋਈ ਸਮਝ ਨਹੀਂ ਪੈ ਰਹੀ, ਬੂਝਾ ਇਹਨਾਂ ਕਿਛ ਗਿਆਨ। ਉਹ ਬੈਠੇ ਰਹਿਣਾ, ਰੋਜ਼ ਜਦੋਂ ਬੇੜੀ ਲੱਗਣੀ ਉਹਨੇ ਵੇਖਣਾ ਤੇ ਅੱਖਾਂ ਭਰ ਕੇ ਕਹਿਣਾ ਅੱਜ ਵੀ ਨਹੀਂ ਆਏ। ਮਲਾਹ ਅੱਕ ਗਏ, ਬੰਦਾ ਬੜਾ ਅਮੀਰ ਸੀ। ਇੱਕ ਦਿਨ ਮਲਾਹ ਕਹਿੰਦਾ ਤੁਸੀਂ ਰੋਜ਼ ਆਉਂਦੇ ਹੋ, ਕਿਹਦੀ ਇੰਤਜ਼ਾਰ ਕਰ ਰਹੇ ਹੋ? ਕਹਿਣ ਲੱਗੇ ਕਹਿ ਗਏ ਸਨ ਮੈਂ ਆਵਾਂਗਾ, ਬਸ ਰੋਜ਼ ਹੀ ਉਹਦਾ ਦਾ ਰਾਹ ਵੇਖਣਾ ਪਿਆ। ਜਿਵੇਂ ਅੱਜ ਹੀ ਮੇਰਾ ਸ਼ਬਦ ਪੜਿਆ, ਪੰਥ ਨਿਹਾਰਿਆ ਕੰਮ ਨਹੀਂ, ਮੈਂ ਰਾਹ ਵੇਖਣਾ ਪਿਆ। ਇੱਕ ਦਿਨ ਮਲਾਹ ਨੇ ਕਹਿ ਦਿੱਤਾ ਇੰਨਾ ਅਮੀਰ ਬੰਦਾ, ਸ਼ਾਹੂਕਾਰ ਬੰਦਾ, ਤੇਰੇ ਇੱਕ ਇੱਕ ਮਿੰਟ ਤੇਰਾ ਕੀਮਤੀ, ਤਿੰਨੇ ਕਿੰਨੇ ਦਿਨ ਹੋ ਗਏ, ਤੂੰ ਕੀ ਖਟਿਆ? ਜਿੰਦੀ ਇੰਤਜ਼ਾਰ ਕਰਨਾ ਉਹ ਆਇਆ ਹੀ ਨਹੀਂ। ਅੱਖਾਂ ਭਰ ਕੇ ਕਹਿੰਦੇ ਨਹੀਂ ਆਇਆ ਤਾਂ ਕੀ, ਉਹਦੀ ਯਾਦ ਤਾਂ ਆਈ ਹੈ ਨਾ ਹਰ ਰੋਜ਼। ਪਿਆਰੇ ਦੀ ਯਾਦ ਵਿੱਚ ਬਹੁਤ ਕੁਛ ਹੈ। ਯਾਦ ਕਦੀ ਮਰਨ ਨਹੀਂ ਦਿੰਦੀ ਮਰਿਆ ਹੋਇਆਂ ਨੂੰ, ਯਾਦ ਰੱਖਿਓ। ਮੈਂ ਇੱਕ ਦਿਨ ਕਿਹਾ ਸੀ ਯਾਦ ਵਿੱਚ ਤਾਂ ਇੰਨੀ ਤਾਕਤ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਮੁਤਾਬਕ ਸੈਂਕੜੇ ਕੋ ਦੂਰ ਬੈਠਾ ਕੂੰਜ ਦਾ ਬੱਚਾ ਵੀ ਪੇਟ ਭਰ ਲੈਂਦਾ ਜਦੋਂ ਮਾਂ ਦੀ ਯਾਦ ਆਉਂਦੀ ਏ ਤੇ ਮਾਂ ਨੂੰ ਬੱਚੇ ਦੀ ਯਾਦ ਆਉਂਦੀ ਹੈ। ਨਹੀਂ ਮਿਲਿਆ ਤਾਂ ਕਿ ਯਾਦ ਤਾਂ ਆਈ ਨਾ। ਅਜੇ ਕੈਲਾਸ਼ ਪਰਵਤ ਬਹੁਤ ਦੂਰ ਹੈ ਤਾਂ ਕੀ ਹੋਇਆ ਜਿਹਨੇ ਸ਼ਿਖਰ ਤੇ ਪਹੁੰਚੇ? ਠੰਡੀਆਂ ਹਵਾਵਾਂ ਤਾਂ ਉਦੋਂ ਹੀ ਆਉਣ ਲੱਗ ਪਈਆਂ ਜਦੋਂ ਪਹਾੜੀਆਂ ਸ਼ੁਰੂ ਹੋਈਆਂ ਸਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਨੂੰ ਸਮਝ ਹੀ ਕੋਈ ਨਹੀਂ, ਯਾਦ ਹੀ ਕੋਈ ਨਹੀਂ। ਮਾਇਆ ਚ ਮਨ ਉਰਜਿਆ, ਕੋਈ ਗਿਆਨ ਨਹੀਂ ਰੂਹਾਨੀਅਤ ਦਾ। ਕੌਣ ਨਾਮ? ਅਗਲਾ ਸਵਾਲ ਅੱਗੇ ਸੀ, ਅੱਗੇ ਉੱਤੇ ਸੀ ਕੌਣ ਜੁਗਤੁਨ, ਕੌਣ ਨਾਮ? ਕਿਹੜਾ ਨਾਮ? ਜਗ ਜਾ ਕਹਿ ਸਿਮਰੈ। ਜਿਸ ਨਾਮ ਦੇ ਸਿਮਰਨ ਕਰਕੇ ਜਗ ਦਰ ਤੇ ਜਗਤ ਪਾਵੈ ਪਦ ਨਿਰਬਾਨਾ। ਪਾਵੈ ਦਾ ਅਰਥ ਪ੍ਰਾਪਤ ਕਰ ਲੈ, ਪਦ ਦਾ ਅਰਥ ਪਦਵੀ ਰੁਤਬਾ। ਨਿਰਬਾਨਾ ਦਾ ਕੱਲ ਵੀ ਅਰਥ ਕੀਤੇ ਸਨ। ਨਿਰਬਾਨ ਦਾ ਅਰਥ ਜਿੱਥੇ ਕੋਈ ਵਾਸ਼ਨਾ ਨਾ ਰਹੇ। ਯਾਦ ਰੱਖਿਓ, ਸੁਵਾਸ਼ਨਾ ਵੀ ਹੈ, ਕੁਵਾਸ਼ਨਾ ਵੀ ਹੈ। ਉਹ ਅਵਸਥਾ ਜਿੱਥੇ ਕੋਈ ਮੁਕਤੀ ਦੀ ਵੀ ਕੋਈ ਵਾਸ਼ਨਾ ਨਹੀਂ। ਯਾਦ ਰੱਖੋ, ਆਮ ਤੌਰ ਤੇ ਬੰਦਾ ਭਗਤੀ ਕਰਦਾ ਵੀ ਮੈਂ ਮੁਕਤੀ ਲੈਣੀ, ਪਰ ਇੱਥੋਂ ਤੱਕ ਵੀ ਮੁੱਕ ਜਾ, ਮੈਨੂੰ ਮੁਕਤੀ ਵੀ ਨਹੀਂ ਚਾਹੀਦੀ। ਮੁਕਤ ਬੱਪੜੀ ਵੀ ਗਿਆਨੀ ਤਿਆਗ ਹੈ। ਹਜ਼ੂਰ ਕਹਿੰਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਕਿਹੜਾ ਨਾਮ ਹੈ ਗੁਰਮੁਖੋ? ਪ੍ਰਸ਼ਨ ਕਰ ਰਹੇ ਆ।
ਜਿਹਦਾ ਜਗਤ ਸਿਮਰਨ ਕਰੇ ਤੇ ਵਾਸ਼ਨਾ ਰਹਿਤ ਪਦਵੀ ਤੇ ਪਹੁੰਚ ਜਾਏ। ਹੁਣ ਯਾਦ ਰੱਖਿਓ, ਅੱਗੇ ਹੁਣ ਉੱਤਰ ਸ਼ੁਰੂ ਹੋਇਆ। ਉੱਤਰ ਹੈ ਭੈ ਦਿਆਲ ਕਿਰਪਾਲ ਸੰਤ ਜਨ। ਮੈਂ ਤਾਂ ਥੋੜਾ ਜਿਹਾ ਇਸ਼ਾਰਾ ਕੀਤਾ ਸੀ, ਸੁਹਿਰਦਤਾ ਨਾਲ ਸੱਚ ਇਹ ਵਿੱਚ ਜਗਿਆਸਾ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਹਰ ਰੂਹਾਨੀ ਪ੍ਰਸ਼ਨ ਦਾ ਉੱਤਰ ਮਿਲੇਗਾ। ਹੁਣ ਆ ਜਿਹੜੇ ਪ੍ਰਸ਼ਨ ਉੱਤੇ ਨੇ, ਮੇਰੇ ਵੀ ਨੇ, ਆਪ ਜੀ ਦੇ ਵੀ ਨੇ, ਕਿ ਮਨ ਕਿਉਂ ਨਹੀਂ ਟਿਕਦਾ, ਅੰਦਰ ਕਿਵੇਂ ਭਿੱਜ ਜਾਏ, ਰੁੱਖਾਪਨ ਕਿਵੇਂ ਖਤਮ ਹੋ ਜਾਏ, ਕਿਵੇਂ ਸਾਨੂੰ ਵਾਸ਼ਨਾ ਰਹਿਤ ਹੋ ਜਾਈਏ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ ਭੈ ਦਿਆਲ ਕਿਰਪਾਲ ਸੰਤ ਜਨ। ਪਰਮਾਤਮਾ ਦੇ ਸੰਤ ਜਨ ਜਿਹੜੇ ਨੇ ਉਹ ਕਿਰਪਾਲੂ ਹੋ ਗਏ, ਕਿਉਂਕਿ ਸਾਧੂ ਨੂੰ ਪੁੱਛਿਆ ਨਾ, ਸਾਧਾਂ ਨੂੰ, ਉਹ ਖੁਸ਼ੀ ਮੇਰ ਦੇ ਘਰ ਚ ਆ ਗਏ। ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਕਿਰਪਾ ਤੋਂ ਬਿਨਾ, ਦਿਆਲਤਾ ਤੋਂ ਬਿਨਾ ਨਹੀਂ। ਜਦੋਂ ਉਹਨਾਂ ਦਾ ਅੰਦਰ ਪੂਰਨ ਤੌਰ ਤੇ ਖੁਸ਼ ਹੋਇਆ, ਤਬ ਇਹ ਬਾਤ ਬਤਾਈ, ਆਹ ਗੱਲ ਦੱਸੀ ਜਿੰਨੇ ਤੇਰੇ ਸਵਾਲ ਨੇ, ਇਹਦਾ ਇੱਕੋ ਉੱਤਰ ਹੀ ਸਿੱਖਾ। ਕੀ ਜੀ? ਸਰਬ ਧਰਮ ਮਾਨੋ ਤੇ ਕੀਏ। ਸਰਬ ਧਰਮ ਦਰ ਤੇ ਸਾਰੇ ਧਰਮ ਮਾਨੋ ਦਰ ਤੇ ਪਛਾਣ ਲਵੋ, ਤੇ ਕੀਏ ਉਸਨੇ ਕਰ ਲੈ। ਕਿੰਨੇ? ਜੇ ਪ੍ਰਭ ਕੀਰਤ ਗਾਈ। ਜੇ ਦਰ ਤੇ ਜਿਸ ਨੇ, ਪ੍ਰਭ ਦਰ ਤੇ ਪ੍ਰਭੂ, ਕੀਰਤ ਦਾ ਅਰਥ ਹੈ ਸਿਫਤ, ਕੀਰਤਨ, ਸਿਫਤ ਸਲਾਹ ਕਰਨੀ, ਨਾਮ ਜਪਣਾ, ਗਾਈ ਦਰ ਤੇ ਗਾਉਣਾ। ਹੁਣ ਇਹਦਾ ਉੱਤਰ ਸਾਨੂੰ ਇੱਕ ਤੁਕ ਚ ਮਿਲ ਗਿਆ। ਭੈ ਦਿਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ, ਸਰਬ ਧਰਮ ਮਾਨੋ ਤੇ ਕੀਏ। ਉਹਨੇ ਜਪ ਦਾ ਧਰਮ ਵੀ ਕਰ ਲਿਆ, ਉਹਨੇ ਤਪ ਦਾ ਵੀ ਕਰ ਲਿਆ, ਤੀਰਥ ਦਾ ਵੀ ਕਰ ਲਿਆ, ਪੂਜਾ ਦਾ ਵੀ ਕਰ ਲਿਆ, ਹਰ ਧਰਮ ਉਹਦੇ ਚ ਆ ਗਿਆ। ਕਿਹਦੇ ਚ? ਜਿਸ ਚ ਬੈਠ ਕੇ ਕਿਤੇ ਰੱਬ ਦੀ ਕਿਸੇ ਨੇ ਸਿਫਤ ਕੀਤੀ। ਨਾਮ ਬਰਾਬਰ ਕੁਛ ਨਹੀਂ, ਕੋਈ ਧਰਮ ਨਾਮ ਦੇ ਬਰਾਬਰ ਨਹੀਂ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। जोग शब्दंग, ज्ञान शब्दंग, वेद शब्दंग, ब्राह्मण है, खत्री शब्दंग, सूर्य शब्दंग, सूदर शब्दंग, प्राकृत है, सर्व शब्दंग। आ सारियां दा धर्म है कि एक शब्दंग, एक नाम। सर्व शब्दंग एक शब्दंग, जे को जाने भ्यो, नानक ताका दास है सोई निरंजन देव। उन्हें सारे धर्म कर ले जी, नाम विच केड़ा धर्म रह गया बाकी? हुण बाकी शहर वाले डांगा डूंगा लगे तुरे फिरदे हुंदे आ, तू आ नहीं कीता, तू आ नहीं कीता। गुरमुखो ਜਿਹਦਾ ਅੰਦਰੋਂ ਹੀ ਧਰਮ ਕਮਾ ਲਿਆ, ਕੋਈ ਜ਼ਰੂਰੀ ਨਹੀਂ ਸਾਡੇ ਵਰਗੀਆਂ ਬਾਹਰ ਦੀਆਂ ਕਿਰਿਆਵਾਂ ਕਰੇ। ਵਾਹਿਗੁਰੂ ਬੜਾ ਔਖਾ ਲਫ਼ਜ਼ ਹੈ ਵੀ। ਸਾਰੇ ਧਰਮ ਕਰ ਲੈ। ਗੁਰੂ ਸਾਹਿਬ ਕਹਿੰਦੇ ਜਪ ਤਪ, ਇੱਥੋਂ ਤੱਕ ਜਿਹੜੀਆਂ ਮਹਾਰਾਜ ਜੀ ਦੀ ਪੌੜੀ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਹੰਗਮ ਸਾਧੇ, ਸਾਰੇ ਧਰਮ ਹੀ ਨੇ। ਪਾਠ ਪੜ੍ਹੇ, ਵੇਦਾਂ ਦੀ ਵਿਚਾਰ ਕੀਤੀ ਆ, ਢਿੱਡ ਟੁੱਡ ਵੀ ਚੰਗੇ ਘਮਾਏ, ਜਿਵੇਂ ਆਸਨ ਯੋਗ ਸਾਧਨਾ ਕਰਦੇ ਆ ਨਾ ਜੀ। ਬੌਡੀ ਲਈ ਯੋਗ ਸੀ ਕਿ ਧਿਆਨ ਠੀਕ ਹੈ। ਗੁਰਮੁਖੋ ਧਿਆਨ ਇਕਾਗਰਤਾ ਬਖਸ਼ਦਾ ਹੈ, ਪਰ ਧਿਆਨ ਵਿੱਚ ਸ਼ਬਦ ਜਦੋਂ ਸਵਾਰੀ ਕਰਦਾ ਤੇ ਸੁਰਤ ਨੂੰ ਰੱਬ ਦੇ ਘਰ ਚ ਲੈ ਜਾਂਦਾ। ਧਿਆਨੀਆਂ ਕੋਲ ਸੱਚੀ ਮੁੱਚੀ ਇਕਾਗਰਤਾ ਚ ਕਰਾਮਾਤ ਆ ਜਾਂਦੀਆਂ ਨੇ। ਸ਼ਬਦ ਚ ਇੰਨੀ ਵੱਡੀ ਤਾਕਤ। ਮੈਂ ਇੱਕ ਵਾਰੀ ਕਿਹਾ ਸੀ, ਲਾਈਟ ਸਪੀਡ ਸਭ ਤੋਂ ਜ਼ਿਆਦਾ ਤੇਜ਼ ਹੈ ਨਾ, ਰੋਸ਼ਨੀ। ਰੋਸ਼ਨੀ ਤੋਂ ਤੇਜ਼ ਬੰਦੇ ਦਾ ਫੁਰਨਾ ਹੈ, ਖਿਆਲ ਹੈ। ਰੋਸ਼ਨੀ ਤੇ ਇਹਦੇ ਪਾਸ ਕੋ ਵੀ ਨਹੀਂ ਜੀ। ਲਾਈਟ ਸਪੀਡ ਤੋਂ ਤੇਜ਼ ਸਾਡਾ ਥਾਟ ਹੈ, ਤੇ ਥਾਟ ਤੋਂ ਤੇਜ਼ ਗੁਰੂ ਦਾ ਸ਼ਬਦ। ਜਿੱਥੇ ਸ਼ਬਦ ਜਾਂਦਾ ਉੱਥੇ ਥਾਟ ਵੀ ਨਹੀਂ ਜਾ ਸਕਦਾ। ਜਿਹੜੇ ਇਸ ਰਸਤੇ ਚੱਲਿਓ ਮੇਰੀ ਬੇਨਤੀ ਸਮਝਣਗੇ। ਉਹ ਸੰਤ ਜਨ ਖੁਸ਼ ਹੋ ਗਿਆ। ਉਹਨਾਂ ਕਿਹਾ ਸਰਬ ਸ਼ਬਦੰਗ ਏਕ ਸ਼ਬਦੰਗ, ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ। ਮੈਂ ਇੱਕ ਘਟਨਾ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, मैं स्टेज ते बह गल तुहानूं कहां, मैं मुसलमान दरवेश कह के गल करांगा ना, किसी ने तर्क नहीं करना। मैं सिख साधु की गल कर ली, कईयां नूं अपसट हो जाना। मैं भी हुण तजर्बा कर लिया। सच्ची जे मुसलमान की गल सुनाओ, हाँ भाई साहब कमाल कर दी। ਇਹਦਾ मतलब साडे घर च कोई बंदगी वाला नहीं होया। जिन्नी देर तक गुरु ग्रंथ साहिब का वजूद है इस धरती ते, कमाई वाला हर समय गुरु ग्रंथ साहिब दे कोल होवेगा। बाबा तेजा सिंह जी डबल MA, आप जी नूं पता होना है जिन्होंने हिस्टरी पढ़ी। बाबा अतर सिंह महाराज का जिहड़ा जीवन लिखिया बाबा तेजा सिंह जी ने, पहला भाग विच मैं बड़े समा पहला पढ़िया सी। उस विच पहला गुरु ग्रंथ साहिब नूं मत्था नहीं सन टेकदे। निरंजन सिंह नाम सी इन्हां दा।
एडे विचार होर तरह के सन। तो यह भी एक रब की खेड मैं देखी है पिछले सालों चों। ਜਿਹੜਾ ਬੰਦਾ ਅੱਤ ਦਾ ਨਾਸਤਕ ਦੇਖਿਆ ਉਹ ਜਦੋਂ ਮੁੜਦਾ ਫਿਰ ਸਿਰੇ ਲਾ ਦਿੰਦਾ ਬੰਦਗੀ 'ਚ। ਤੇ ਜਿਹੜੇ ਸਾਰੇ ਜ਼ਿੰਦਗੀ ਰੱਬ ਰੱਬ ਕੂਕਦੇ ਪਏ ਖਿਮਾ ਕਰੇ, ਜਦੋਂ ਕਾਂਟਾ ਬਦਲਦਾ ਇੰਨੇ ਕੁ ਨਾਸਤਕ ਹੋ ਜਾਂਦੇ ਨੇ, ਨਿਤ ਨੂੰ ਵੀ ਛੱਡ ਜਾਂਦੇ। ਇਹ ਦੇਖ ਪਿਛਲੇ ਸਮੇਂ 'ਚ ਮੈਂ ਦੇਖਿਆ ਜ਼ਿੰਦਗੀ 'ਚ ਬਹੁਤ ਕੁਝ ਦੇਖਣ ਨੂੰ ਮਿਲਿਆ। ਤੇ ਫਿਰ ਸੋਚੀਦਾ ਰੱਬਾ ਤੇਰੀ ਖੇਡ ਹੈ ਨਾ। ਖਾਲਸਾ ਕਾਲਜ ਇੱਕ ਵਾਰੀ ਮੱਥਾ ਟੇਕਣਾ ਕਰਨਾ, ਤੇ ਮੱਥਾ ਕਿਤੇ ਟੇਕਣਾ ਉਦੋਂ ਕਮਰੇ ਜਾਣਾ ਜਦੋਂ ਕੋਈ ਨਾ ਹੋਣਾ, ਐ ਲੰਘ ਕੇ ਬਾਹਰੋਂ ਆ ਜਾਣਾ, ਮੱਥਾ ਨਹੀਂ ਟੇਕਣਾ। ਇੱਕ ਦਿਨ ਬਾਹਰ ਸਮਾਗਮ ਸੀ, ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਦਰਬਾਰ ਦਾ ਜਲਾਲ ਨਾ ਚੱਲ ਸਕੇ, ਬੇਹੋਸ਼ ਹੋ ਗਏ। ਉਹਨਾਂ ਨੂੰ ਇੱਕ ਪ੍ਰੋਫੈਸਰ ਸਾਹਿਬ ਲੈ ਗਏ, ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਸਨ ਉਦੋਂ। ਕਹਿਣ ਲੱਗੇ ਵੀ ਮੈਂ ਤੈਨੂੰ ਕਿ ਸਾਧੂ ਕੋਲ ਲੈ ਕੇ ਜਾਣਾ। ਮੈਂ ਫਿਰ ਵੀ ਸਟੇਜ ਤੇ ਦਵਾਈ ਦੇ ਕੇ ਕਹਿਣਾ, ਇਸ ਲਫ਼ਜ਼ ਤੇ ਥੱਲੇ ਰੱਜ ਕੇ ਪਾਪ ਕਰਨ ਵਾਲੇ ਹੋਣ, पर फिर भी याद रखो इबादत वाला बंदे की जिंदगी पलट जाता है। बाबा श्याम सिंह जी को ले गए, उन्हें देखदे क्या भी तेरा मेरे तू सिख है, पर तेरा पूर्व का संयोग जिहदी संगत नाल उन्हें काली कंबली लई वो लाहौर बैठा है। वो फिर चलेगा बाबा अतर सिंह जी को, उत्थे दीवान लाए उन्हें। जदों गए दीवान ला के हटे सन, हस के यही गल कही, चतराई नाल मत्थे नहीं टेकते, एक दिन भी नहीं झल सके गुरु की धाम। अंदर टेक गया, कहन लगे महाराज मैनू बख्श लो, बख्श लो। मैं फिर बेनती करांगा, असी बन गए भी ऑनलाइन सब कुछ, हुण अजकल भी चलदा ना, असी ऑनलाइन कीर्तन करने, असी ऑनलाइन सिमरन करने, चंगा ठीक बीमारी तो, पर चेते रखियो ऑनलाइन वो स्वाद नहीं आना जिहड़ा गुरुद्वारे चौंकड़ी मार के आना है। इत्थों तक मोबाइल तो सुखमनी साहब करो, अंदर नहीं भेजदा, गुटखा पकड़ के करो तो अंदर टिकन लग पैंदा हुंदा है ना जी। इस तरह उन्होंने शब्द कहे, अगली गल पता कि उन्हें कहा जी मैनू बख्श, वेखो आ है, उन्हें कहा एक काम कर, जे कुछ परमार्थ च कमाना ही ते जिन्हां नाल तेरा विरोध है उन्हां तो खिमा मांग के आ। कहंदे ने मेरी मतरई मां नाल मेरा विरोध सी, मैं सब तो पहला उस मां तो माफ़ी मंगी जाके, क्योंकि जदों जब जब धारै को बैरी मीत तब लग निश्चल नहीं चीत। सिमरन करदियां वैरी दा ख्याल आ गया ते मन खिंड के बुरा मंगेगा, मित्र दा ख्याल आ गया मोच ते अंदर फिर भी खिंड जाएगा, क्योंकि चंगा ते मंदा दोवें मन नूं खिंडा देंदे आ उत्थे। मैं बेनती करा सच्ची मुच्ची हो गए कि इस उच्ची पदवी ते पहुंचे, गुरमुख प्यारे बंदगी कर, तां ही रोज कहने सही प्यारे मेल जिन्ना मिलिया तेरा नाम चितावे। इत्थे मैं फिर करा, गुरु तेग बहादुर साहब कहंदे आ, सर्ब धर्म मानो ते किए जे प्रभ कीरत गाई। मैं पाठ पढ़ रहा सा, पाठ पढ़ियो अर वेद विचारियो, निवल भुअंगम साधे, पंच जना सुसंग न चुटकियो, अदक अंग बुध बाधे प्यारे, इन विद मिल न जाई। मैं किए कर्म अनेका, हार परियो स्वामी कै द्वारे दीजै बुध वेका। मोन पयो कर पाती रहो, नग्न फिरियो बन माही, तर तीर सब धरती भ्रमियो, दुबदा छुटकै नाही। मन कामना तीरथ जय बस्यो, सिर करवत तराए, मन की मैल न उतरे, इबद जे लक जतन कराए। चलो थोड़े जे ले लिए, सर्वधर्मी आ गए ना इच। जोग सिद्ध आसन 84 ओ ए भी कर रहा, वड्डी आरजा फिर जन्मे, खारस्यों संग ना गया। राजलीला राजन की रचना करया, हुक्म पारा, सेज सोनी चंदन चोवा, नरक कोर का द्वारा। पूजा अर्चा बंधन डडौत, खट करमारत रहता, हाँ हाँ करत बंधन में परया, नह मिली गए ए जुगता। सारे धर्म कर ले। हुण अखीर ते गुरु अर्जुन देव कहंदे आओ बंदियो, पाठ भी पढ़ ले, तीरतां ते जा आ गए, 84 आसन भी कर ले, मोनी भी बन गए, ध्यानी भी बन गए, ज्ञानी भी बन गए। कहने लगे एक काम करो, सब तो श्रेष्ठ धर्म है, खार कीर्त साध संगत है, सिर करमन कै कर्मा, कहो नानक तिस भयो प्राप्त, जिस पूर्व लिखे का लहना। कीर्त सिमरन तो वड्डा कोई धर्म नहीं। तो दोखे चीज़ का सिमरन छड़ के धर्म प्रचार करने। मैं धर्म प्रचार करन चलिया, कहदा इस गल का भी अज तो बाद नाम ना जपया करो। नहीं गुरमुखो,
ਗੁਰੂ ਤੇਗ ਬਹਾਦਰ ਸਾਹਿਬ ਦਾ ਹੁਣ ਮੈਂ ਕੋਈ ਇਹਦੇ ਤੋਂ ਆਪਣੇ ਕੋਲੋਂ ਸ਼ਬਦਾਂ ਸ਼ਬਦ ਉੱਤੇ ਚਲਾਇਆ ਵੀ ਕਥਾ ਕਰਦਿਆਂ ਸੰਗਤ ਇੰਨੀ ਸੁਚੇਤ ਰਹਿ ਵੀ ਕਥਾ ਕਰਨ ਵਾਲਾ ਗੜਬੜ ਨਾ ਕਰੇ ਅਰਥਾਂ 'ਚ। ਹੁਣ ਸਿੱਧੀ ਜੀ ਗੱਲ ਇਹ ਵੇ, ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਕਿਉਂ, ਸਵਾਲ ਸੀ ਉੱਤੇ ਸਾਧੋ ਕੌਣ ਕਰਮ ਅਬ ਕੀਜੈ। ਹੁਣ ਕਹਿੰਦੇ ਨੇ ਸਰਬ ਧਰਮ ਮਾਨੋ ਤੇ ਕੀਏ, ਜੇ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਅਖੀਰ ਤੇ ਕਹਿੰਦੇ ਆ ਰਾਮ ਨਾਮ ਨਰ ਨਿਸ ਬਾਸਰ ਮੈਂ। ਆ ਖੁੱਲ ਦੇਣ ਲੱਗੇ ਜੇ ਇੱਕ ਰਾਮ ਨਾਮ ਦਾ ਅਰਥ ਹੋ ਗਿਆ ਪ੍ਰਭੂ ਦਾ ਨਾਮ, ਨਿਸ ਦਾ ਅਰਥ ਹੁੰਦਾ ਰਾਤ ਤੇ ਬਾਸੁਰ ਦਾ ਅਰਥ ਦਿਨ। ਇਹ ਸ਼ਬਦ ਪਲੀਜ਼ ਜ਼ਰੂਰ ਨੋਟ ਕਰ ਲਿਓ। ਨਿਸ ਰਾਤ ਸ਼ਬਦ ਤੇ ਨਿਸ਼ ਹੈ ਨਾ, ਬਾਸੁਰ ਦਾ ਇਹਨੂੰ ਐਨਸ ਵੀ ਆਖਿਆ ਬਾਣੀ 'ਚ, ਐਨਸ ਦਾ ਅਰਥ ਵੀ ਦਿਨ ਰਾਤ। ਨਿਸ ਬਾਸੁਰ ਕਹਿਣ ਲੱਗੇ ਰਾਮ ਨਾਮ ਨਰ ਨਿਸ ਬਾਸੁਰ ਮੈਂ। ਕੋਈ ਆਦਮੀ, ਨਰ ਦਾ ਅਰਥ ਬੰਦਾ, 24 ਘੰਟਿਆਂ ਵਿੱਚ 8 ਪਹਿਰਾਂ ਵਿੱਚ ਕੀ ਜੀ ਨਿਮਖ ਏਕ ਉਰਤਾ ਰਹਿ। ਇਦੋਂ ਵੱਡੀ ਖੁੱਲ ਮਿਲ ਸਕੇਗੀ? ਨਿਮਖ ਦਾ ਅਰਥ ਹੈ ਅੱਖ ਝਮਕਣ ਜਿਤਨਾ ਸਮਾਂ। ਇਦੋਂ ਵੱਡੀ ਦੁਨੀਆ 'ਚ ਕੋਈ ਤਾਕਤ ਨਹੀਂ। 24 ਘੰਟਿਆਂ ਵਿੱਚ ਅੱਖ ਝਮਕਣ ਦਾ ਸਮਾਂ ਆਪਣੇ ਹਿਰਦੇ 'ਚ ਕਹਿਦਾ ਸਤਨਾਮ ਵਾਹਿਗੁਰੂ। ਵਾਹਿਗੁਰੂ ਕਹਿੰਦਾ 24 ਘੰਟਿਆਂ 'ਚ ਇੱਕ ਨਿਮਖ। ਪਰ ਇਹ ਗੱਲ ਹੋਰ ਕਹਾਂ, ਉਸ ਨਿਮਖ ਤੋਂ ਬਾਅਦ ਸਾਲ ਬਦਲ ਜਾਂਦੇ ਹੁੰਦੇ ਆ। ਉਹ ਨਿਮਖ ਕਦੀ ਕਦੀ ਆਉਂਦਾ ਹੈ ਜੀ, ਸਭ ਨੂੰ ਨਹੀਂ ਮਿਲਦਾ। ਉਹ ਸਿੱਧੀ ਜੀ ਪੇਂਡੂ ਗੱਲ ਕਿਸੇ ਬਾਬਾ ਜੀ ਨੇ, ਮੈਂ ਟਾਈਮ ਥੋੜਾ ਜ਼ਿਆਦਾ ਲੈ ਗਿਆ ਜੇ ਪ੍ਰਬੰਧਕ ਵੀਰ ਬੈਠੇ ਆ ਤੇ ਬਖਸ਼ ਦੇ ਆ ਜੇ। ਉਹ ਕਿਸੇ ਕਿਹਾ ਨਾ ਵੀ ਇਹ 24 ਘੰਟਿਆਂ 'ਚ ਇੱਕ ਗੱਲ ਸੱਚੀ ਹੋ ਜਾਂਦੀ। ਉਹਨੇ ਕਿਹਾ ਜੀ ਚਲੋ 24 ਘੰਟਿਆਂ 'ਚ ਆ ਲੋਹੇ ਨੂੰ ਕਹੀ ਜਾਂਦਾ ਸੀ ਸੋਨਾ ਹੋ ਜਾ, ਸੋਨਾ ਹੋ ਜਾ, ਸੋਨਾ ਹੋ ਜਾ। ਤੇ ਉਹ ਛਿਨ ਵਾਸਤੇ ਸਬਰ ਬੜਾ ਚਾਹੀਦਾ। ਉਹ ਕਹੀ ਗਿਆ ਅਖੀਰ ਤੇ ਜਦੋਂ ਥੋੜੀ ਜਿਹੀ ਨੀਂਦ ਆ ਗਈ 23 ਘੰਟਿਆਂ ਬਾਅਦ, 23 ਘੰਟੇ 45 ਮਿੰਟ ਨਿਕਲ ਗਏ, 55 ਮਿੰਟ ਨਿਕਲ ਗਏ, 58 ਤੇ ਆ ਗਿਆ। ਅਖੀਰ ਤੇ ਅੱਕ ਗਿਆ, ਕਹਿੰਦਾ ਸਰਬ ਦਾ ਬੰਨ ਟੁੱਟ ਗਿਆ। ਕਹਿੰਦਾ ਸਿਆਪਾ ਤੇਰਾ, ਜੇ ਵਾਹਿਗੁਰੂ ਮਿੱਟੀ ਨੂੰ ਕਹਿ ਰਿਹਾ ਸੀ ਸੋਨਾ ਹੋ ਜਾਂਦਾ, ਕਹਿੰਦਾ ਸੋਨਾ ਨਹੀਂ ਹੋਣਾ ਲੋਹਾ ਹੀ ਹੋ ਜਾ। ਯਾਦ ਰੱਖਿਓ ਉਹ ਛਿਨ ਆ ਗਿਆ ਜਿੱਥੇ ਮਨ ਖਿੰਡ ਗਿਆ। ਜਿੰਨੇ ਵੀ ਇਹ ਕਹਾਣੀ ਬਣਾਈ ਉਹਨੇ ਬਹੁਤ ਕਮਾਲ ਦੀ ਬਣਾਈ, ਕਿਉਂਕਿ ਉਹ ਖਿੰਨ ਪਕੜਨ ਵਾਸਤੇ ਵੀ ਰੱਬ ਦੀ ਕਿਰਪਾ ਚਾਹੀਦੀ ਹੈ। ਖਿੰਨ ਕੋਈ, ਫਿਰ ਬੇਨਤੀ ਸੁਣਿਓ, ਇੱਕ ਖਿੰਨ ਆਉਂਦਾ ਜਿੱਦਣ ਸਾਡਾ ਮਾਂ ਦੇ ਉਦਰ ਵਿੱਚ ਨਿਵਾਸ ਹੁੰਦਾ। ਸਿਰਫ ਖਿੰਨ ਹੈ, ਇੱਕ ਨਿਮਖ ਹੁੰਦਾ ਹੈ। ਉਸ ਨਿਮਖ ਦੇ ਵਿੱਚੋਂ ਸਾਰੀ ਜ਼ਿੰਦਗੀ ਪਲਟ ਜਾਂਦੀ ਹੈ। ਐਡਾ ਵੱਡਾ ਸਰੀਰ, ਤੁਹਾਡੇ ਮੇਰੇ ਸਰੀਰ ਨਿਮਖ ਚੋਂ ਨਿਕਲੇ ਨਾ। ਇਸ ਨਿਮਖ ਦਾ ਅਰਥ ਉਹ ਨਹੀਂ ਕਰਨਾ। ਇਹ ਨਿਮਖ ਵੀ ਗੁਰਪ੍ਰਸਾਦ ਨਾਲ ਮਿਲਦਾ ਹੈ। ਇਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਏਕ ਚਿੱਤ ਜਾਂ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਓ। ਖੀਰ ਤੇ ਸਤਿਗੁਰੂ ਕਹਿੰਦੇ ਨੇ 24 ਘੰਟਿਆਂ 'ਚ 8 ਪਹਿਰਾਂ 'ਚ। ਮੈਨੂੰ ਤੇ ਇੰਝ ਹੀ ਲੱਗਿਆ, ਉਹ ਕਹਿੰਦੇ ਨੇ ਉਹ ਖਿੰਨ ਦੀ ਇੰਤਜ਼ਾਰ ਕਰ ਜਦੋਂ ਸੋਨਾ ਬਣਨ ਵਾਲਾ ਹੈ। ਸਾਹਿਬ ਸਤਿਗੁਰੂ ਕਹਿੰਦੇ ਜਮ ਕੋ ਤਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ। ਉਸ ਬੰਦੇ ਦੇ ਅੰਦਰ ਜਮ ਕੋ ਤਰਾਸ, ਜਿਹੜਾ ਮੌਤ ਦਾ ਡਰ ਹੈ ਨਾ, ਤੇ ਸਭ ਤੋਂ ਵੱਡਾ ਡਰ ਜੇ। ਦੇਖੋ ਅਸੀਂ ਬੈਠੇ ਹਾਂ 40 ਤੱਕ ਤੇ ਬੰਦਾ ਨਹੀਂ ਜੇ ਪਰਵਾਹ ਕਰਦਾ। ਹੁਣ ਜਦੋਂ ਆ 85 ਪੱਗ ਖਿੱਸੇ, ਹੁਣ ਪੈਰ ਖਿਸਕਦੇ ਪਏ ਆ, 55 ਆ ਗਿਆ, 60 ਆ ਗਿਆ, 65 ਆ ਗਿਆ। ਮੈਂ ਉਸ ਦਿਨ ਬਰਾੜ ਸ਼ਾਹ ਵੀ ਕਿਹਾ ਹੁਣ ਥੋੜਾ ਥੋੜਾ ਅੰਦਰ ਨੂੰ ਸੱਟ ਜੀ ਵੱਜਣ ਲੱਗ ਪਈ ਹੈ, ਦਿਨ ਤੇ ਥੋੜੀ ਰਹਿ ਗਏ। ਫਿਰ ਬੰਦਾ ਭੱਜਦਾ ਵੀ ਹੁਣ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਤੂੰ 24 ਘੰਟੇ ਬੰਦਗੀ ਇਬਾਦਤ ਜੋੜ, ਇੱਕ ਖਿੰਨ ਆ ਗਿਆ ਜਿਹੜਾ ਮੌਤ ਦਾ ਡਰ ਹੈ ਤੇਰਾ ਖਤਮ ਹੋ ਜਾਏਗਾ। ਤੇ ਮਹਾਰਾਜ ਕਹਿੰਦੇ ਨੇ ਜਮ ਕੋ ਤਰਾਸ, ਮੌਤ ਦਾ ਡਰ, ਤਰਾਸ ਦਰ ਤੇ ਡਰ ਮਿਟੇ ਖਤਮ ਹੋ ਜਾਏਗਾ। ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਤੇ ਆਪਣੋ ਜਨਮ ਸਵਾਰੇ। ਤੇ ਜਿਹੜਾ ਦਿੱਲੀ ਦੀਪਕ ਹੋ ਸਕਦਾ, ਨਾਨਕ ਨਾਲ ਵੀ ਅੱਗੇ ਵੀ ਲੱਗ ਸਕਦਾ। ਤੇ ਆਪ ਨੂੰ ਇਹਦਾ ਪਾਠ ਫਿਰ ਮੈਂ ਕਰਾਂ, ਇਹ ਪੱਪੇ ਥੱਲੇ ਔਂਕੜ ਜ਼ਰੂਰ ਬਣਾਣੀ। ਆਪਣੋ ਇਹਨੂੰ ਛੱਡਣਾ ਨਹੀਂ, ਮੈਂ ਲੱਗੀ ਹੋਣੀ ਔਂਕੜ ਉੱਤੇ। ਆਪਣੋ, ਆਪਣਾ ਜਨਮ ਸਵਾਰੇ ਦਾ ਅਰਥ ਸਾਂਭ ਜਾਂਦਾ ਹੈ। ਇਹੋ ਜਿਹਾ ਜਨਮ ਸਵਾਰੇ ਹੋਏ ਨੂੰ ਫਿਰ ਗੁਰੂ ਜੀ ਕਹਿੰਦੇ ਆ, ਭਾਈ ਸਾਹਿਬ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇੰਨੀਆਂ ਕੋਈ ਬੇਨਤੀਆਂ ਅੱਜ ਪ੍ਰਵਾਨ ਕਰਿਓ, ਕੱਲ ਨੂੰ ਕਿਰਪਾ ਕਰਿਓ। ਮੈਨੂੰ ਪਤਾ ਹੈ ਵੀ ਕਰੋਨੇ ਕਰਕੇ ਇਹ ਸੰਗਤ ਬਹੁਤ ਘਟ ਗਈ ਗੁਰਦੁਆਰਿਆਂ ਵਿੱਚ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਟੀਕੇ ਉਹ ਲਵਾ ਚੁੱਕੇ ਆ, ਤੇ ਗੁਰਦੁਆਰਾ ਸਾਹਿਬ ਆਇਆ ਕਰੋ।
ਇਹ ਨਹੀਂ ਕਿ ਮੈਂ ਹੀ ਆਇਆ ਤੇ ਆਓ। ਮੈਂ ਕਹਿੰਦਾ ਗੁਰਦੁਆਰਾ ਸਾਹਿਬ ਦੀਆਂ ਹਾਜ਼ਰੀ ਘਟਣ ਨਾ ਦਈਏ।